एक ओंकार सतनाम करता पुरख निरभਉ निर्वैर अकाल मूरत अजूनी सैभੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। हवाए बंदगी अवतर वयूद मरा वगरना ज़ौके चुनी आमदन नमूद मरा। धन गुरु गोबिंद सिंह साहब सच्चे पातशाह दीन दनिया दे वाली। भूल छिमो हमरी प्रभापन भूलनहार कहाँ को मोसो। धन धन गुरु नानक साहब हजूर। धन धन गुरु ग्रंथ साहब जी। धन धन गुरु गोबिंद सिंह साहिब सच्चे पातशाह 10वें पातशाह। नदर करनी हजूर, दरगाह तो नदर करनी महाराज, कृपा करनी साहिब जी। अपनी नदर करनी सुरत शब्द दा मेल बख्शना हजूर। वाहिगुरु जी का खालसा वाहिगुरु जी की फतेह। सिद्ध गोष्ठ की निराली बाणी के दर्शन चलते हैं। साहिब दे इन्हां विचारां नूं असीं पूरी तरह कदे भी नहीं समझ पावांगे, पर कुछ लक्षण हैं, कुछ इशारे हैं, मन विच बैठ जाते हैं। जीवन है कि जीवन तो की मिलेगा। मैं किस जीवन की उड़ीक विच जी रहा हाँ। जीवन तो बाद विच की है। जीवन की कुंजी की है, चाबी की है। मेरे दुखां नूं पार जाण दी की विधि है। मेरे अंतर विच की है। जीवन है कि ये बड़े गहन प्रश्न हैं। केड़ी अवस्था है जिथे मैं नहीं हाँ। बिना मैं दे भी कोई जीवन है। नाम की है। गुरु सानू की देंदा है। जीवन दे इहो जे प्रश्न और इहो इस तो होर भी ज्यादा गहन प्रश्न साहिब ने इस बाणी विच विचारे हैं। जे इस तरह विचारीए तो शायद ही कोई होर डॉक्यूमेंट होए दुनिया का जिहदे विच जीवन की इन्हां तत्तां नूं इस तरह फरोलिया गया है जिस तरह यह बाणी विचारी गई है। आप इसनूं सच समझना। जे इस बाणी नूं और यदी कथा नूं मन विच बिठाया जाए तो जीवन पलट सकता है। यह बीज हैं, यह शब्द बीज हैं जीवन नूं बदलन दे। मैं अपने शरीर करके कमज़ोर हो सकता हाँ, मैं अपने जीवन करके कमज़ोर हो सकता हाँ, पर बाणी दे विच एक चमत्कार है। बाणी दे विच एक आज़ादी है। बाणी दे विच एक किरपा है, एक दृष्टि है। अगर उसनूं मैं मन विच बिठा लवांगा तो बाणी गुरु के रूप विच मैनूं प्रकाशमान कर सकती है। यह मेरा भरोसा है। बाणी भी यह कह रही है। पिछले पदे विच गुरु साहब ने बाणी की गल करते हुए सानू कुछ समझाया है। गुप्ती बाणी प्रगट होई। आपनों शायद याद होएगा गुरु की गल करते हुए गुरु महाराज ने एक गल कीती सी। सतगुर के गम ने गमन मिटाया। सतगुर के मिलन नाल सतगुर के जन्मे गमन मिटाया। एक जन्म मिल गया सतगुरु नाल।
ਇਹ ਕਿਹੜਾ ਜਨਮ ਹੈ। ਮੇਰਾ ਆਵਾਗਾਉਣ ਮਿਟ ਗਿਆ, ਮੂਵਮੈਂਟ ਮਿਟ ਗਈ, ਇੱਕ ਥਿਰ ਅਵਸਥਾ ਦਾ ਮਾਲਕ ਹੋ ਗਿਆ। ਮਹਾਰਾਜ ਕਹਿੰਦੇ ਹਨ ਸਤਿਗੁਰ ਕੇ ਜਨਮੇ ਇੱਕ ਸਪਿਰਿਚੁਅਲ ਲਾਈਫ ਮਿਲ ਗਈ। ਇਹ ਕਦੋਂ ਮਿਲਦੀ ਹੈ? ਗੁਪਤੀ ਬਾਣੀ ਪ੍ਰਗਟ ਹੋਈ। ਮੈਨੂੰ ਲੱਗਦਾ ਇਹ ਇਸ਼ਾਰਾ ਉਸੇ ਜਨਮ ਦਾ ਹੈ ਜਦ ਸ਼ਬਦ ਮਨ ਵਿੱਚ ਜਾਗ ਜਾਂਦਾ ਹੈ। ਮੈਂ ਟੁੱਟਿਆ ਹਾਂ, ਜੀਵਨ ਦੇ ਤੱਤ ਤੋਂ ਟੁੱਟਿਆ ਹਾਂ, ਸੋਰਸ ਤੋਂ ਟੁੱਟਿਆ ਹਾਂ। ਕੇਵਲ ਆਪਣੀ ਥਾਟਸ ਦੇ ਵਿੱਚ ਮੈਂ ਲਿਮਿਟਡ ਹਾਂ। ਸੀਮਤ ਦਾਇਰੇ ਦੇ ਵਿੱਚ ਦੁੱਖ ਔਰ ਸੁੱਖ ਦੇ ਵਿੱਚ ਮੰਥਨ ਹੀ ਚੱਲਦਾ ਰਹਿੰਦਾ ਹੈ। ਲਾਸ ਔਰ ਗੇਨ ਦੇ ਵਿੱਚ ਹੀ ਮੈਂ ਗਿਣਤੀਆਂ ਕਰਦਾ ਰਹਿੰਦਾ ਹਾਂ। ਮਨ ਕਦੇ ਰੁਕਦਾ ਨਹੀਂ ਹੈ, ਮਨ ਸ਼ਾਂਤ ਨਹੀਂ ਹੁੰਦਾ। ਇੱਕ ਪ੍ਰਸ਼ਨ ਬਾਰ-ਬਾਰ ਉੱਠਦਾ ਹੈ ਜੀਵਨ ਬਾਰੇ, ਰਸਤਾ ਕੀ ਹੈ ਬਾਹਰ? ਕਿਹੜਾ ਦਰਵਾਜ਼ਾ ਹੈ ਜੀਵਨ ਦੇ ਤੱਤ ਨੂੰ ਜਾਣਨ ਦਾ? ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਜਾਣ ਲੈਣ ਦਾ ਕੋਈ ਤਰੀਕਾ ਹੈ? ਕਿਰਪਾ ਦੀ ਦ੍ਰਿਸ਼ਟੀ ਤਾਂ ਹੈ ਹੀ। ਮੱਥਾ ਟੇਕ ਲਏ ਕੋਈ ਜਨ, ਆਪਣਾ ਮਨ ਅਰਪਣ ਕਰ ਦੇ, ਗੁਰੂ ਨੂੰ ਮਨ ਕਰਕੇ ਮਿਲ ਲਏ ਤਾਂ ਅੰਮ੍ਰਿਤਸਰ ਬੈਠਾ ਹੋਇਆ ਗੁਰੂ ਸ਼੍ਰੀਨਗਰ ਵਿੱਚ ਹਾਜ਼ਰ ਹੋ ਜਾਂਦਾ ਹੈ। ਇਹ ਗੁਰੂ ਦਾ ਚਮਤਕਾਰ ਹੈ। 1500 ਦੇ ਜਿਹੜੇ ਸਾਲ ਹਨ ਉਹਨਾਂ ਦੇ ਵਿੱਚ ਜੀਂਦਾ ਹੋਇਆ ਗੁਰੂ ਅੱਜ ਸਾਡੇ ਜੀਵਨ ਵਿੱਚ ਇੱਥੇ ਬੈਠਾ ਹੈ ਸਾਡੇ ਨਾਲ। ਗੁਰੂ ਨਾਨਕ ਸਾਹਿਬ ਅੱਜ ਸਾਡੇ ਕੋਲ ਹਨ। ਸਾਡੇ ਜਨਮ ਔਰ ਮਰਨ ਦੇ ਵਿੱਚ ਜਿਹੜਾ ਇਹ ਸਮਾਂ ਹੈ ਉਸ ਦੇ ਵਿੱਚ ਅਸੀਂ ਕੁਝ ਕਮਾ ਲਈਏ, ਇਸ ਬਾਣੀ ਕਰ ਦੇ ਰੂਪ ਵਿੱਚ ਸਾਨੂੰ ਗਿਆਨ ਬਖਸ਼ ਰਹੇ ਹਨ। ਇੱਕ ਗੱਲ ਸਾਡੇ ਹੱਥ ਵਿੱਚ ਹੈ, ਗੁਰੂ ਨੂੰ ਮਿਲਾਂਗਾ ਕਿ ਨਹੀਂ, ਮਨ ਕਰਕੇ ਬਾਣੀ ਨਾਲ ਜੁੜਾਂਗਾ ਕਿ ਨਹੀਂ, ਇਹ ਮੇਰੇ ਹੱਥ ਵਿੱਚ ਹੈ। ਸਿੱਖੀ ਜੀਵਨ ਵਿੱਚ ਜ਼ਬਰ ਔਰ ਜ਼ਬਰਦਸਤੀ ਨਹੀਂ ਹੈ, ਧਾਰਮਿਕ ਜੀਵਨ ਵਿੱਚ ਵੀ ਨਹੀਂ ਹੈ। ਜ਼ਬਰ ਔਰ ਜ਼ਬਰਦਸਤੀ ਹੰਕਾਰ ਕਰਦਾ ਹੈ, ਹਉਮੈ ਕਰਦਾ ਹੈ ਮਹਾਰਾਜ। ਇਹ ਤਾਂ ਨਿਰੰਕਾਰ ਵੀ ਨਹੀਂ ਕਰਦਾ। ਉਹ ਵੀ ਆ ਕੇ ਨਹੀਂ ਕਹਿੰਦਾ ਮੈਨੂੰ ਮੈਂ ਹਾਂ, ਮੈਨੂੰ ਜਾਣ। ਉਹ ਵੀ ਗੁਪਤੀ ਹੀ ਜੀਵਨ ਵਿੱਚ ਪ੍ਰਗਟ ਰਹਿੰਦਾ ਹੈ, ਪਰ ਉਸ ਨੂੰ ਪ੍ਰਗਟ ਹੋਣ ਦੀ ਵਿਧੀ ਮਹਾਰਾਜ ਸਾਨੂੰ ਪਿਛਲੇ ਪਦੇ ਵਿੱਚ ਦੱਸ ਗਏ ਹਨ। ਅਸੀਂ ਉਹਨਾਂ ਦੀ ਚਰਨਾਂ ਦੀ ਆਹਟ ਨਾ ਸੁਣੀ ਹੋਏ, ਇਹ ਸਾਡੀ ਭੁੱਲ ਹੈ। ਅਸੀਂ ਉਹਨਾਂ ਦੀ ਵਾਂਗ ਨਾ ਸੁਣੀ ਹੋਏ, ਇਹ ਸਾਡੇ ਭਾਗਾਂ ਦੀ ਗੱਲ ਹੈ। ਅਸੀਂ ਉਹਨਾਂ ਦੇ ਪ੍ਰੇਮ ਨੂੰ ਮਨ ਵਿੱਚ ਨਾ ਜਾਣਿਆ ਹੋਏ, ਇਹ ਮੇਰੀ ਆਪਣੀ ਚੋਇਸ ਹੈ। ਪਰ ਹਜ਼ੂਰ ਦੱਸਦੇ ਹਨ, ਹਜ਼ੂਰ ਸਮਝਾਉਂਦੇ ਹਨ। ਗੁਪਤੀ ਬਾਣੀ ਪ੍ਰਗਟ ਹੋਏ, ਮਨ ਵਿੱਚ ਜਦੋਂ ਸ਼ਬਦ ਜਗੇਗਾ ਤਾਂ ਫਿਰ ਪਿੱਛੇ ਨਹੀਂ ਦੇਖਾਂਗੇ। ਫਿਰ ਜੀਵਨ ਬਦਲ ਜਾਏਗਾ। ਫਿਰ ਇੱਕ ਅਧਿਆਤਮਿਕ ਜੀਵਨ ਦਾ ਪਹਿਲੂ ਖੁੱਲੇਗਾ ਮੇਰੇ ਕੋਲ। ਫਿਰ ਸੱਚ ਦੇ ਵਿੱਚ ਵਿਚਰਨਾ ਪੋਸੀਬਲ ਹੋ ਸਕਦਾ ਹੈ, ਮਨ ਨੂੰ ਤਿਆਰ ਕਰਕੇ। ਨਾਨਕ ਪਰਖ ਲਏ ਸੱਚ ਸੋਏ। ਕੋਈ ਸਮੇਂ ਤੋਂ ਬੰਦਿਸ਼ ਨਹੀਂ ਹੈ ਗੁਰੂ ਦੀ, ਕੋਈ ਸਥਾਨ ਦੀ ਬੰਦਿਸ਼ ਨਹੀਂ ਹੈ ਗੁਰੂ ਦੀ। ਸ਼ਬਦ ਦੇ ਰੂਪ ਵਿੱਚ ਗੁਰੂ ਸਾਡੇ ਜੀਵਨ ਵਿੱਚ ਹਾਜ਼ਰ ਹੈ। ਮੈਂ ਉਸ ਨੂੰ ਨਾ ਜਾਣਨਾ ਚਾਹਾਂ, ਮੈਂ ਉਸ ਨੂੰ ਨਾ ਵਿਚਾਰਾਂ, ਮੈਂ ਉਹਦੇ ਵਿੱਚ ਆਪਣੇ ਆਪ ਨੂੰ
ਨਾ ਡੁਬਾਵਾਂ। ਇਹ ਮੇਰੀ ਗਲਤੀ ਹੈ ਜਾਂ ਮੈਂ ਇਸ ਤਰ੍ਹਾਂ ਕਵਾਂ ਇਹ ਮੇਰੀ ਚੋਇਸ ਹੈ। ਕੀ ਪੋਸੀਬਿਲਿਟੀਜ਼ ਹਨ ਜੀਵਨ ਵਿੱਚ ਮਹਾਰਾਜ। ਨਾਨਕ ਆਪ ਗਵਾਏ ਮਿਲਣ ਨਹੀਂ ਭਰਾਤੇ। ਸਿੱਧ ਘੋਸ਼ ਦੀ ਬਾਣੀ ਦੀ ਅਪਾਰ ਵਿਚਾਰ ਚੱਲਦੀ ਹੈ ਮਹਾਰਾਜ। ਅਸੀਂ 53 ਪਦੇ ਵਿਚਾਰ ਚੁੱਕੇ ਹਾਂ। ਗੁਰੂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਆਲਿੰਗਨ ਕਰ ਲਿਆ ਹੋਏ, ਕੋਈ ਜ਼ੋਰ ਦੀ ਜੱਫੀ ਹੀ ਮਾਰ ਲਈ ਹੋਏ। ਗੁਰੂ ਦੇ ਵਿਚਾਰ ਮਨ ਵਿੱਚ ਬਿਠਾ ਕੇ ਗੁਰੂ ਨੂੰ ਜਾਣਨ ਦੀ ਹੋਰ ਤੀਬਰ ਇੱਛਾ ਹੁੰਦੀ ਹੈ। ਗੁਰੂ ਦਾ ਪ੍ਰੇਮ ਮਿਲ ਜਾਏ। ਗੁਰੂ ਵੀ ਤਾਂ ਜੀਵਨ ਜੀਆ ਹੈ। ਕਈ ਵਾਰੀ ਤਾਂ ਖੇਤੀ ਹੀ ਕਰਦੇ ਰਹੇ ਹਨ। ਖੇਤੀ ਵਿੱਚ ਵੀ ਅਨੇਕਾਂ ਹੀ ਮੁਸ਼ਕਿਲਾਂ ਆਈਆਂ ਹੋਣਗੀਆਂ। ਕਦੇ ਕੀੜਾ ਵੀ ਲੱਗ ਜਾਂਦਾ ਹੈ ਫਸਲ ਨੂੰ, ਕਦੇ ਬਾਰਿਸ਼ ਨਹੀਂ ਹੁੰਦੀ ਹੈ। ਬਹੁਤ ਕੁਝ ਹੋਇਆ ਹੋਏਗਾ। ਇਹ ਮੇਰੇ ਜੀਵਨ ਵਿੱਚ ਵੀ ਹੁੰਦਾ ਹੈ। ਮੇਰਾ ਵੀ ਜੀਵਨ ਇੱਕ ਉਤਾਰ ਚੜਾਵ ਤੋਂ ਗੁਜ਼ਰਦਾ ਹੈ ਮਹਾਰਾਜ। ਪਰ ਇਸ ਉਤਾਰ ਚੜਾਵ ਤੋਂ ਪਰੇ ਕੀ ਹੈ? ਇਹਦਾ ਹੱਲ ਕੀ ਹੈ? ਇਹ ਸਭ ਕੁਝ ਕਰਦਾ ਹੋਇਆ ਮੈਂ ਜੀਵਨ ਦੇ ਤੱਤ ਨੂੰ ਕਿਵੇਂ ਜੀ ਸਕਦਾ ਹਾਂ? ਤਾਂ ਇਹ ਦੁੱਖ ਵੀ ਇੱਕ ਆਨੰਦ ਦਾ ਕਾਰਨ ਬਣ ਸਕਦੇ ਹਨ, ਨਹੀਂ ਤਾਂ ਸੁੱਖ ਵੀ ਇੱਕ ਸਰਾਪ ਬਣ ਜਾਣਗੇ। ਮਿਲੇਗਾ ਕੀ? ਰਾਖ ਲੈ ਕੇ ਜਾਵਾਂਗੇ ਜਾਂ ਫਿਰ ਇੱਕ ਆਨੰਦ ਦੀ ਵਰਖਾ ਹੋਣ ਵਾਲੀ ਹੈ ਮੌਤ ਤੇ। ਆਓ ਅਸੀਂ ਇਸ ਪਦੇ ਨੂੰ ਵਿਚਾਰੀਏ। ਬੜਾ ਗਹਿਨ ਪਦਾ ਹੈ ਮਹਾਰਾਜ। ਜ਼ਰਾ ਧਿਆਨ ਨਾਲ ਉਤਰੀਏ। ਕੀ ਪਤਾ ਗੁਰੂ ਦੇ ਚਰਨਾਂ ਦੀ ਆਹਟ ਕਿਸੇ ਦੇ ਮਨ ਵਿੱਚ ਆ ਜਾਏ, ਗੁਰੂ ਹਾਜ਼ਰ ਹੋ ਜਾਣ। ਗੁਰੂ ਕਈ ਤਰ੍ਹਾਂ ਹਾਜ਼ਰ ਹੋ ਜਾਂਦੇ ਹਨ। ਗੁਰੂ ਅਰਜਨ ਸਾਹਿਬ ਨੇ ਦੱਸਿਆ ਸੁਪਨੇ ਵਿੱਚ ਵੀ ਆ ਜਾਂਦੇ ਹਨ। ਸੁਪਨੇ ਆਇਆ, ਪੀ ਗਿਆ, ਮੈਂ ਜਲ ਭਰਿਆ ਰੋਏ, ਆਏ ਸੁਭਾਗੀ ਨੀਂਦੜੀਏ, ਮਤ ਸੌਂਪੇ ਕਾ ਸੋਏ। ਰਾਤ ਨੂੰ ਸੌਂਦੇ ਹੋਏ ਹੀ ਪੁਕਾਰ ਸਕਦੇ ਹਾਂ ਕਈ ਵਾਰ, ਮਹਾਰਾਜ ਕੋਈ ਵਿਧੀ ਹੈ? ਆਓ ਕੋਈ ਵੀਰ ਭੈਣ ਇਸ ਪਦੇ ਨੂੰ ਪੜ੍ਹਦੇ ਤੇ ਇਹਦੇ ਵਿਚਾਰ ਵਿੱਚ ਆਪਣੇ ਮਨ ਨੂੰ ਡੋਲਣਾ ਸ਼ੁਰੂ ਕਰੀਏ। ਧੰਨਵਾਦ। ਵਾਹਿਗੁਰੂ ਜੀ। ਕਿਆ ਭਵਿਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਰਹਾਉ ਸਹਿਜ ਭਾਏ ਮਿਲੀਐ ਸੁਖ ਹੋਵੈ, ਗੁਰਮੁਖ ਜਾਗੈ ਨੀਂਦ ਨ ਸੋਵੈ। ਸੁਨ ਸ਼ਬਦ ਅਪਰੰਪਰ ਧਾਰੈ, ਕਹਿਤੇ ਮੁਕਤ ਸ਼ਬਦ ਨਿਸਤਾਰੈ। ਗੁਰ ਕੀ ਦੀਖਿਆ ਸੇ ਸਚ ਰਾਤੇ, ਨਾਨਕ ਆਪ ਗਵਾਏ ਮਿਲਣ ਨਹੀਂ ਭਰਾਤੇ। ਸਹਿਜ ਪਾਏ, ਸਹਿਜ ਪਾਏ ਮਿਲੀਏ ਸੁਖ ਹੋਵੇ। ਮਹਾਰਾਜ ਨਾਨਕ ਆਪ ਗਵਾਏ ਮਿਲਣ ਨਹੀਂ ਭਰਾਤੇ। ਆਪ ਗਵਾਏ। ਮੈਂ ਤਾਂ ਆਪਣੇ ਆਪ ਨੂੰ ਬਚਾਉਣ 'ਚ ਹੀ ਲੱਗਿਆ, ਕਿਵੇਂ ਆਪਣਾ ਕੁਝ ਦੇਣਾ ਨਾ ਪਏ। ਸੇਵਾ ਵਿੱਚ ਵੀ ਤਾਂ ਇਹੀ ਹੁੰਦਾ ਹੈ। ਆਪਣਾ ਇੱਕ ਹਿੱਸਾ ਅਸੀਂ ਪ੍ਰੇਮ ਨਾਲ ਕਿਸੇ ਨੂੰ ਦੇ ਦਿੰਦੇ ਹਾਂ ਔਰ ਜਤਾਉਂਦੇ ਨਹੀਂ ਹਾਂ। ਆਪ ਗਵਾਉਣ ਦੀ ਇੱਕ ਵਿਧੀ ਹੈ। ਛੋਟੇ ਛੋਟੇ ਕਰਮ ਮਨ ਵਿੱਚ ਬੜਾ ਹੀ ਚੇਂਜ ਲੈ ਆਉਂਦੇ ਹਨ। ਆਪ ਗਵਾਏ।
ਸੱਚ ਸਮਝੀਏ, ਅਧਿਆਤਮ ਦਾ ਜੀਵਨ ਬੜੀ ਅਰਦਾਸਾਂ ਨਾਲ ਮਿਲਦਾ ਹੈ। ਭਾਗਾ ਵਾਲੇ ਹਨ ਉਹ ਲੋਕ ਜਿਨ੍ਹਾਂ ਨੂੰ ਅਧਿਆਤਮ ਕਮਾਉਣ ਦੀ ਵਿਧੀ, ਉਹਦਾ ਮੈਥਡ, ਜਾਂ ਫਿਰ ਅਧਿਆਤਮ ਕਮਾਉਣ ਦੇ ਤਰੀਕੇ, ਜਾਂ ਫਿਰ ਅਧਿਆਤਮ ਕਮਾਉਣ ਦਾ ਜੀਵਨ ਮਿਲ ਜਾਏ। ਉਹ ਜੀਵਨ ਦੇ ਅਸਲ ਜੀਵਨ ਨੂੰ ਜੀ ਰਹੇ ਹਨ। ਬਾਕੀ ਤਾਂ ਜਿਵੇਂ ਬਾਣੀ ਕਹਿੰਦੀ ਹੈ, ਜਿਵੇਂ ਟੁਰਦੇ ਫਿਰਦੇ ਮਿਰਤਕ ਹੋਏ। ਗੁਰੂ ਨਾਨਕ ਸਾਹਿਬ ਦੀ ਇਸ ਬਾਣੀ ਵਿੱਚ ਕਈ ਸ਼ਬਦ ਬਾਰ-ਬਾਰ ਸਾਨੂੰ ਦਰਸ਼ਨ ਦਿੰਦੇ ਹਨ, ਔਰ ਇਹਨਾਂ ਸ਼ਬਦ ਦੇ ਜਿਹੜੇ ਅਰਥ ਨੇ ਉਹ ਬਹੁਤ ਹੀ ਡੂੰਘੇ ਹਨ, ਗਹਿਰਾਈ ਵਾਲੇ ਹਨ। ਮਹਾਰਾਜ, ਇਹ ਮਨ ਦੀ ਅਵਸਥਾ ਦੀ ਗੱਲ ਸ਼ਬਦ ਨਾਲ ਕਰਨੀ ਬੜੀ ਮੁਸ਼ਕਿਲ ਹੈ। ਸਹਿਜ ਇੱਕ ਮਨ ਦੀ ਅਵਸਥਾ ਹੈ ਵੀਰ, ਸਹਿਜ ਇੱਕ ਮਨ ਦੀ ਅਵਸਥਾ ਹੈ ਭੈਣ। ਇਸ ਅਵਸਥਾ ਨੂੰ ਅਸੀਂ ਸਾਰੇ ਜਾਣ ਲਈਏ। ਇਹ ਅਰਦਾਸ ਅੰਤਰ ਵਿੱਚ ਕਰਦੇ ਚੱਲੀਏ ਮਹਾਰਾਜ, ਨਹੀਂ ਤਾਂ ਆਉਣ ਦਾ ਕੀ ਲਾਭ ਹੈ। ਨਹੀਂ ਤਾਂ ਇਹ ਸਭ ਵਿਚਾਰ ਕਰਕੇ ਅਸੀਂ ਕੀ ਕਰ ਰਹੇ ਹਾਂ। ਅਸੀਂ ਮਨ ਦੀ ਇਸ ਅਵਸਥਾ ਨੂੰ ਜਾਣਨਾ ਹੈ। ਇਹ ਪੁਕਾਰ ਨਾਲ ਨਾਲ ਮਨ ਵਿੱਚ ਚੱਲੇ, ਪਲਟ ਜਾਏ ਜੀਵਨ, ਇੱਕ ਨਵਾਂ ਜਨਮ ਮਿਲ ਜਾਏ। सतगुर के जन्मे गमन मिटाया, मिट गया है सब कुछ जो अधूरा है, जो चलदा फिरदा है, जो आवागौण है, जो अज है कल नहीं होएगा, वो मिट गया मन तो। मन दे विच एक सदा लई हवा आ गई है। मन दे विच एक सदा दे दर्शन हैं। ਸਾਹਿਬ ਦੇ ਇਸ ਸ਼ਬਦ ਤੋਂ ਬਹੁਤ ਪ੍ਰਸ਼ਨ ਉੱਠਦੇ ਹਨ। ਸਹਿਜ ਇੱਕ ਅਵਸਥਾ ਹੈ ਮਨ ਦੀ। ਭਗਤ ਕਬੀਰ ਦੀ ਬਾਣੀ ਵਿੱਚ ਇੱਕ ਬਾਣੀ ਹੈ ਜਿਹੜਾ ਅੰਗ ਸਹਿਜ ਨਾਲ ਰਿਲੇਸ਼ਨ ਰੱਖਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਨਹੀਂ ਹੈ। ਭਗਤ ਕਬੀਰ ਕਹਿੰਦੇ ਹਨ, ਸਹਿਜ ਸਹਿਜ ਸਭ ਕੋ ਕਹੇ, ਸਹਿਜ ਨਾ ਜਾਣਿਆ ਕੋਈ। ਇਹ ਤੇ ਮੇਰਾ ਹਾਲ ਹੈ। ਇਹ ਇੰਦਰਜੀਤ ਵੀਰ ਵੀ ਬੜੇ ਚਲਾਕੀਆਂ ਵਿੱਚ ਪ੍ਰਸ਼ਨ ਪੁੱਛਦੇ ਹਨ। ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਚਲਾਕੀਆਂ ਨਹੀਂ ਪਕੜ ਪਾ ਰਹੇ, ਪਰ ਸਹੀ ਗੱਲ ਇਹ ਹੈ ਕਿ ਇਹ ਅਵਸਥਾ ਨਹੀਂ ਜਾਣੀ ਹੈ। ਇਹ ਮੇਰਾ ਹਾਲ ਹੈ। ਅਰਦਾਸ ਜ਼ਰੂਰ ਹੈ ਕਿ ਕਿਸੇ ਸਮੇਂ ਇਸ ਅਵਸਥਾ ਨੂੰ ਜਾਣ ਸਕੀਏ, ਜੀ ਸਕੀਏ। ਸਹਿਜ ਭਗਤ ਕਬੀਰ ਕਹਿੰਦੇ ਹਨ, ਸਹਿਜ ਸਹਿਜ ਸਭ ਕੋ ਕਹੇ, ਸਹਿਜ ਨਾ ਜਾਣਿਆ ਕੋਈ। ਸਹਿਜ ਉਹੀ ਜਾਣਦਾ ਹੈ ਜਿਹੜਾ ਵਿਸ਼ਿਆਂ ਨੂੰ ਛੱਡ ਦਿੰਦਾ ਹੈ। ਸਹਿਜ ਨਾ ਚੀਨੇ ਕੋਈ, ਜਿਹੜਾ ਵਿਸ਼ਿਆਂ ਨੂੰ ਛੱਡ ਦੇ ਉਹ ਸਹਿਜ ਜਾਣਦਾ ਹੈ। ਵਿਸ਼ੇ ਕੀ ਹਨ? ਮੇਰਾ ਮਨ ਕੇਵਲ ਵਿਸ਼ਿਆਂ ਨੂੰ ਜਾਣਦਾ ਹੈ। ਅੱਜ ਇਹ ਸਮੱਸਿਆ ਹੈ, ਅੱਜ ਉਹ ਰਸਤਾ ਹੈ, ਅੱਜ ਇਹ ਦੁੱਖ ਦਾ ਰੋੜਾ ਹੈ, ਅੱਜ ਇਹ ਸੁੱਖ ਦੀ ਸੈਲੀਬ੍ਰੇਸ਼ਨ ਹੈ। ਇਹੀ ਵਿਸ਼ੇ ਹਨ ਜੀਵਨ ਦੇ। ਇਹਦੇ ਵਿੱਚ ਹੀ ਜੀਵਨ ਚੱਲਦਾ ਰਹਿੰਦਾ ਹੈ। ਜੋ ਅੱਖੋਂ ਦੇਖੀ ਹੈ, ਜੋ ਕੰਨੋਂ ਸੁਣੀ ਹੈ, ਇਹ ਵਿਸ਼ੇ ਹਨ। ਜੇ ਇਹਨੂੰ ਛੱਡ ਦਿੰਦੇ ਹਾਂ ਤਾਂ ਸਹਿਜ ਨੂੰ ਜਾਣਨ ਦਾ, ਸਹਿਜ ਦੇ ਗਿਆਨ ਦੀ ਵਿਧੀ ਸਮਝ ਆ ਸਕਦੀ ਹੈ। ਥਿਰ ਕਰ ਬੈਸੋ ਸ਼ਬਦ ਤੋਂ ਇਹੀ ਭਾਵ ਹੈ ਕਿ ਥਿਰ ਹੋ ਕੇ ਬੈਠ ਜਾਓ, ਵਿਚਾਰ ਵੀ ਡਿੱਗ ਜਾਣ, ਗੁਰੂ ਮਿਲ ਜਾਏਗਾ। ਵਿਚਾਰਾਂ ਨਾਲ ਮੈਂ ਹੀ ਸਾਂਝ ਪਾਈ ਹੋਈ ਹੈ, ਮੇਰੇ ਹੰਕਾਰ ਨੇ ਸਾਂਝ ਪਾਈ ਹੋਈ ਹੈ। ਕਈ ਕਾਰਨਾਂ ਕਰਕੇ ਕਿਸੇ ਤਰ੍ਹਾਂ ਵੀ ਅਸੀਂ ਇਹਨੂੰ ਸਮਝੀਏ, ਚਾਹੇ ਅਸੀਂ ਕਰਮ ਸਮਝੀਏ, ਚਾਹੇ ਨਾ ਸਮਝੀਏ, ਪਰ ਵਿਸ਼ੇ ਤਾਂ ਹਰ ਇੱਕ ਦੇ ਜੀਵਨ ਵਿੱਚ ਹਨ। ਕਿਸੇ ਕੋਲ ਘੱਟ, ਕਿਸੇ ਕੋਲ ਜ਼ਿਆਦਾ।
ਇਹਨਾਂ ਵਿਸ਼ਿਆਂ ਨੂੰ ਜੀਂਦੇ ਹੋਏ ਮੈਂ ਵਿਸ਼ੇ ਕਿਵੇਂ ਛੱਡ ਸਕਦਾ ਹਾਂ? ਇਹ ਬੜੀ ਨਿਰਾਲੀ ਗੱਲ ਹੈ ਮਹਾਰਾਜ। ਵਿਸ਼ੇ ਜੀਂਦੇ ਹੋਏ ਵਿਸ਼ੇ ਨੂੰ ਛੱਡ ਦੇਣਾ ਹੈ। ਜਿਸ ਨੂੰ ਮੈਂ ਜੀਵਨ ਜਾਣਦਾ ਹਾਂ ਉਸ ਨੂੰ ਜੀਂਦੇ ਹੋਏ ਉਸ ਨੂੰ ਛੱਡ ਦੇਣਾ ਹੈ। जैसे जल में कमल निरालम मुरगाई ने साणे, सुरत शब्द भव सागर तरिए नानक नाम बखाणे। महाराज कहते हैं कि एक नाम की दुनिया है भाई, यह विषय विकारां की दुनिया है। ਇਹਦੇ ਵਿੱਚ ਤਾਂ ਸਾਰਾ टाइम उलझते हाँ, पर कुछ ऐसा समा मिल जाए ਜਦੋਂ बैठ के नाम ਵਿੱਚ ਇਹਨਾਂ ਨੂੰ ਛੱਡ ਦਈਏ। ਕੁਝ ਐਸਾ ਸਮਾਂ ਮਿਲ ਜਾਏ ਜਿਹਦੇ ਵਿੱਚ ਆਪਣੇ ਅੰਤਰ ਵਿੱਚ ਜਾ ਕੇ ਆਪਣੇ ਆਪ ਨੂੰ ਵੀ ਛੱਡ ਦਈਏ। ਸੂਰਮਾ ਤਾਂ ਉਹੀ ਹੈ ਮਹਾਰਾਜ ਕਹਿੰਦੇ, ਜਾਕੋ ਹਰ ਰੰਗ ਲਾਗੇ ਇਸ ਜਗ ਮਾਹੇ, ਸੋਈ ਕਹੀਅਤ ਹੈ ਸੂਰਾ। ਅਸੀਂ ਆਪਣੇ ਆਪ ਨੂੰ ਸੂਰਮਾ ਗਿਣਦੇ ਹਾਂ। ਅੱਜ ਮੈਂ ਸ਼ੇਅਰ ਦੇ ਵਿੱਚ ਪੈਸੇ ਪਾਏ, मैं बहुत कमा लिया, अपने आप को शाबाशी देना हाँ। अज मैं कुछ बिजनेस किया, 100 रुपये का 300 बन गए, अपने आप को शाबाशी देना हाँ, अपनी ईगो को बढ़ा देना। यह विषय विकार हैं, इत्थे सहज नहीं है। यह सब कुछ करते हुए मैं कुछ ऐसी अवस्था ਨੂੰ ਜਾਣ ਲਵਾਂ, जैसे जल में कमल निरालम मुरगाई ने साणे, ਜਿਹਦੇ 'ਚ ਦੁਨੀਆ ਦਾ ਅਸਲ ਰੰਗ ਨਿਰਤ ਚੜੇ ਨਾ। ਜਿਹੜਾ ਇਹ ਵਿਸ਼ੇ ਵਿਕਾਰਾਂ ਵਾਲਾ ਜੀਵਨ ਹੈ ਜਿਸ ਨੂੰ ਮੈਂ ਜੀ ਰਿਹਾ ਹਾਂ, दैट इज़ ओके, बट एक लेवल तक रहे मन में, मन ਦੇ ਅੰਤਰ ਵਿੱਚ ਕੁਝ ਹੋਰ ਵਰਤੇ। ਇਸ ਤੋਂ डिस्टेंस क्रिएट करन विच मैनूं बहुती देर ना लगे, बस टुरदे फिरदे शब्द के अभ्यास विच बैठ जाइए। आ भी रहा है तो जा भी रहा है। आया तो विषय विकारां नूं देखण है और चला गया सुरत करके शब्द दे विच। महाराज कहंदे ने जिस तरह कमल दे फुल मैला नहीं होंदा, जिस तरह एक पंछी पानी दे विच तरदा होया उस पानी तो गिला नहीं होंदा, इस तरह जीना है भाई भैन। सुरत और शब्द दे करके ही जी सकांगे। अपने मन नूं बस एकागर करना है और शब्द दे विच लीन कर देना है। ਇਹੋ ਜਿਹਾ ਮਿਲਣ ਜਿਹੋ ਜਿਹਾ ਅਸੀਂ ਕਰਦੇ ਹਾਂ, ਇਹ ਸਭ ਵਿੱਚ ਸਹਿਯੋਗੀ ਹੈ। ਮੇਰੇ ਮਨ ਨੂੰ ਦੁਨੀਆ ਤੋਂ ਤੋੜ ਦਿੰਦਾ ਹੈ, ਕੁਝ ਸਮੇਂ ਲਈ ਚਾਹੇ ਮਨ ਸ਼ਾਂਤ ਹੋ ਜਾਂਦਾ ਹੈ, ਵਿਸ਼ੇ ਵਿਕਾਰ ਥੋੜੀ ਦੂਰ ਚਲੇ ਜਾਂਦੇ ਹਨ। ਸਹਿਜਤਾ ਹੀ ਕਮਾਇਆ ਜਾ ਸਕਦਾ ਹੈ ਜਦ ਦੁਨੀਆ ਤੋਂ ਮੂੰਹ ਅੰਤਰ ਵੱਲ ਚਲਾ ਜਾਏ। सुरत शब्द भव सागर तरिए नानक नाम बखाने। नाम वो जगह है जिथे मेरी आइडेंटिटी नहीं है, दिलजीत नहीं है, उत्थे बस एक आनंद है, एक नाम है, एक रस है जीवन विच। कि ए मैं कमा सकदा हाँ? मैनूं लगदा असीं सारे हमेशा ही कमाते हाँ, चाहे बहुता नहीं करते, थोड़ा कमाते हैं, पर एक अरदास की लोड़ है, इसनूं वधाउण की लोड़ है। जीवन विच इस समय नूं होर ध्यान देण की लोड़ है। पर कई बार कर्म बली हुंदे हन, कर्मां विच रहिंदे होए अभ्यास करना सौखा नहीं कई बार होंदा, फिर भी अरदास चलती रहे। यही सानू बुजुर्गों ने समझाया है।
ਅੱਜ ਦੀ ਇਸ ਪਦੇ ਵਿੱਚ ਬਹੁਤ ਹੀ ਗਹਿਨ ਸ਼ਬਦ ਵਰਤੇ ਹਨ ਸਾਹਿਬ ਨੇ। ਇਵੇਂ ਲੱਗਦਾ ਹੈ ਜਿਵੇਂ ਸਾਨੂੰ ਇਸ ਦੁਨੀਆ ਤੋਂ ਪਰੇ ਲਿਜਾਣਾ ਚਾਹੁੰਦੇ ਹਨ, ਇੱਕ ਦਰਸ਼ਨ ਉਸ ਦੇਸ਼ ਦੇ ਕਰਾਉਣਾ ਚਾਹੁੰਦੇ ਹਨ ਜਿਹੜਾ ਸਾਨੂੰ ਬੜਾ ਦੂਰ ਦਿਖਦਾ ਹੈ, ਪਰ ਇਹਨਾਂ ਅੱਖਰਾਂ ਰਾਹੀਂ, ਆਪਣੇ ਸ਼ਬਦਾਂ ਰਾਹੀਂ ਸਾਡੇ ਮਨ ਨੂੰ ਬਦਲਣਾ ਚਾਹੁੰਦੇ ਹਨ, ਸਾਨੂੰ ਇੱਕ ਨਵੀਂ ਦਿਸ਼ਾ ਦੇਣਾ ਚਾਹੁੰਦੇ ਹਨ। ਕਿਸ ਤਰ੍ਹਾਂ ਕਰਾਂਗੇ? ਕੀ ਵਿਧੀ ਹੈ? ਮਹਾਰਾਜ ਕਹਿੰਦੇ ਨੇ, ਸਹਿਜ ਪਾਏ ਮਿਲੀਏ ਸੁਖ ਹੋਵੇ। ਸੁਖ ਭਾਲਦੇ ਹੋ ਭਾਈ, ਇਹ ਤਾਂ ਸਹਿਜ ਅਵਸਥਾ ਵਿੱਚ ਮਿਲ ਜਾਂਦਾ ਹੈ। ਜੇ ਸਹਿਜ ਨੂੰ ਮੈਂ ਸਿੰਪਲੀ ਡਿਫਾਈਨ ਕਰਾਂ ਤਾਂ ਮੈਂ ਇਹ ਕਹਾਂਗਾ ਬੜੀ ਆਸਾਨੀ ਨਾਲ। ਥੋੜ੍ਹਾ ਜਿਹਾ ਹੋਰ ਅੱਗੇ ਵਧਾਂ ਤਾਂ ਮੈਂ ਇਹ ਕਹਾਂਗਾ ਜਿੱਥੇ ਵਿਚਾਰ ਨਹੀਂ ਹਨ। ਥੋੜ੍ਹਾ ਜਿਹਾ ਹੋਰ ਅੱਗੇ ਵਧਾਂਗਾ ਤਾਂ ਮੈਂ ਕਹਾਂਗਾ ਜਿੱਥੇ ਕਰਨਾ ਨਹੀਂ ਹੈ। ਕੁਝ ਕਰਨ ਦੀ ਲੋੜ ਨਹੀਂ ਹੈ, ਕੇਵਲ ਛੱਡਣਾ ਹੈ। ਮੇਰਾ ਮਨ ਕਰਨ ਦੇ ਬੜੀ ਆਦੀ ਹੈ। ਮੈਂ ਹਰ ਸਮੱਸਿਆ ਨੂੰ ਕੁਝ ਕਰਕੇ ਹੱਲ ਕਰਨਾ ਚਾਹੁੰਦਾ ਹਾਂ। ਕਿਹੜਾ ਰਸਤਾ ਹੈ? ਆਓ ਕੀ ਕਰੀਏ। ਕੁਝ ਕਰਨਾ ਹੈ। ਜੀਵਨ ਵਿੱਚ ਕਰਨ ਦਾ ਮੁੱਲ ਹੈ। ਅਧਿਆਤਮ ਵਿੱਚ ਨਾ ਕਰਨ ਦਾ ਹੋਰ ਵੀ ਜ਼ਿਆਦਾ ਮੁੱਲ ਹੈ। ਸੋਚਣਾ ਵੀ ਨਹੀਂ ਹੈ ਤਾਂ ਇੱਕ ਨਵੇਂ ਦੇਸ਼ ਵਿੱਚ ਪੈਰ ਪੈ ਜਾਣਗੇ ਜਿੱਥੇ ਮੈਂ ਨਹੀਂ ਹਾਂ। ਸਹਿਜ ਆ ਜਾਏਗਾ ਜੀਵਨ ਵਿੱਚ, ਮਹਾਰਾਜ ਕਹਿੰਦੇ ਹਨ। ਕਿਵੇਂ ਗੁਰੂ ਨੂੰ ਪ੍ਰੇਮ ਕਰਕੇ ਸਾਂਝ ਪਾ ਸਕਦੇ ਹਾਂ ਅਸੀਂ? ਇਹ ਪ੍ਰੇਮ ਵੀ ਸਹਿਜ ਦਾ ਇੱਕ ਰਸਤਾ ਹੈ। ਜਦ ਚਾਰ ਅੱਖਰੂ ਬਹਿ ਜਾਣ ਔਰ ਮਨ ਹਲਕਾ ਹੋ ਜਾਏ, ਵਿਸ਼ੇ ਵਿਕਾਰ ਟੁੱਟ ਜਾਂਦੇ ਹਨ ਮਹਾਰਾਜ। ਸੋਚਣਾ ਹਟ ਜਾਂਦਾ ਹੈ। ਕਦੇ ਰੋਕ ਕੇ ਦੇਖਣਾ ਗੁਰੂ ਅੱਗੇ। ਕਈ ਵਾਰ ਰੋਣਾ ਹੀ ਮਨ ਨੂੰ ਜੋੜ ਦਿੰਦਾ ਹੈ। ਇਹ ਹੰਝੂ ਬੜੇ ਕੰਮਦੇ ਹਨ, ਮਨ ਨੂੰ ਬਦਲਣ ਵਿੱਚ ਕੰਮ ਆ ਜਾਂਦੇ ਹਨ। ਹਜ਼ੂਰ, ਦੁਨੀਆ ਦੇ ਵਿਸ਼ੇ ਵਿਕਾਰ ਤਾਂ ਪੱਕਾ ਰੰਗ ਨਾ ਚੜੇ। जैसे जल में कमल निरालम, मुर्गाई ने साणे। सुरत शब्द भवसागर तरिए, नानक नाम वखाणे। गल तां सिंपल जी लगती है, पर गुरु नानक ने जीवन नूं बदलण दी विधि दस दित्ती है। साहिब ने किरपा की है। एक पुकार नाल नाल करते चलीए। महाराज शब्द नूं मेरे सुरत नाल जुड़न दी विधि मैनूं दस दिओ। रिद कर प्रगास, मेरे हृदय विच प्रकाश हो जाए। महाराज इस जन्म अधूरे ना जाइए। महाराज गुरु नूं मिल के एक नवा जीवन मिल जाए। बीज पै जाण अध्यात्म दे मेरे मन विच। मैं भी उड्डना सिख लवां नाम दे रस विच। मैं भी जीवन नूं त्याग के एक अंतर मन दे इहो जिहे अभ्यास नूं जाण लवां जिथे मन विच आनंद बरखा होए। महाराज ये दुख भी फिर आनंद दे कारण बन जाणगे। हजूर रिद कर प्रगास। महाराज कहते हैं सहज पाए बिना कुछ करे। सोच भी गिर गई है, सहज अवस्था मिली है। सहज सुभाए आसानी नाल मिलिए सुख होवे। बस सहज नूं जान लिया, मिल गए, अंतर दे सुख नूं जी लिया। हुण विषय विकार की कट्टणगे। सिक्खी दी कमाई यही है। और जिन्हां सिखां ने कमाया उन्हां दा जदों शरीर भी कटिया गया तां भी वो कहंदे हन कि कुछ नहीं होया।
ਇੱਕ ਇਹੋ ਜਿਹੀ ਐਕਸਪੀਰੀਅੰਸ ਉਹਨਾਂ ਦੇ ਅੰਤਰ ਵਿੱਚ ਹੈ ਜਿਸ ਨੂੰ ਸਹਿਜ ਕਹਿੰਦੇ ਹਨ। ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ 4 ਸਿੱਖ ਸਨ। ਦਿੱਲੀ ਦੇ ਵਿੱਚ, ਦਿੱਲੀ ਦੇ ਤਖਤ 'ਤੇ ਆਏ ਹਨ। ਮਹਾਰਾਜ ਰਾਤ ਨੂੰ ਸੁਨੇਹਾ ਭੇਜਦੇ ਹਨ, ਤੁਸੀਂ ਨਿਕਲ ਜਾਓ, ਇਹ ਮੈਨੂੰ ਨਹੀਂ ਛੱਡਣਗੇ। ਉਹ ਨਹੀਂ ਜਾਂਦੇ ਹਨ। ਉਹਨਾਂ ਨੂੰ ਫਿਰ ਸ਼ਹੀਦ ਕੀਤਾ ਜਾਂਦਾ ਹੈ। ਉਹਨਾਂ ਦੇ ਸਰੀਰ ਨੂੰ ਮਾਰਿਆ ਜਾਂਦਾ ਹੈ, ਪਰ ਉਹ ਨਹੀਂ ਮਰਦੇ ਹਨ। ਇਹ ਕਾਰਨ ਸਹਿਜ ਦੀ ਕਮਾਈ ਦਾ ਹੈ। ਇਹ ਗੁਰੂ ਨੂੰ ਅਸੀਂ ਜਿਸ ਤਰ੍ਹਾਂ ਜਾਣਦੇ ਹਾਂ, ਸਹਿਜ ਅਵਸਥਾ ਅਗਰ ਅਸੀਂ ਕਮਾ ਲਈਏ ਤਾਂ ਸ਼ਾਇਦ ਗੁਰੂ ਨੂੰ ਵੀ ਦੇਖਣ ਦਾ ਤਰੀਕਾ ਬਦਲ ਜਾਏਗਾ। ਬਹੁਤ ਬਲੀ ਹੈ ਗੁਰੂ, ਆਜ਼ਾਦ ਹੈ, ਸਾਰੇ ਵਿਸ਼ਿਆਂ ਵਿਕਾਰਾਂ ਤੋਂ ਆਜ਼ਾਦ ਹੈ ਗੁਰੂ। ਗੁਰੂ ਨੂੰ ਮਾਰਿਆ ਨਹੀਂ ਜਾ ਸਕਦਾ ਔਰ ਗੁਰੂ ਦਾ ਕੁਝ ਵਿਗਾੜਿਆ ਨਹੀਂ ਜਾ ਸਕਦਾ। ਅਸੀਂ ਆਪਣੇ ਛੋਟੇ ਛੋਟੇ ਕਰਮਾਂ ਵਿੱਚ ਫਸੇ ਹਾਂ। ਸਾਨੂੰ ਆਪਣੇ ਸੁੱਖ ਔਰ ਦੁੱਖ ਦਾ ਇੰਨਾ ਡਰ ਹੈ, ਗੁਰੂ ਨੂੰ ਡਰ ਨਹੀਂ ਹੈ। ਗੁਰੂ ਦੇ ਸਿੱਖਾਂ ਨੂੰ ਵੀ ਡਰ ਨਹੀਂ ਹੈ। ਉਹ ਵੀ ਮਨ ਦੀ ਇਹੋ ਜਿਹੀ ਅਵਸਥਾ ਨੂੰ ਜਾਣਦੇ ਹਨ ਜਿਹਦੇ 'ਚ ਸਦਾ ਆਨੰਦ ਰਹੇ ਦਿਨ ਰਾਤੀ, ਕਾਲ ਨਾ ਕਭੂ ਵਿਆਪੇ। ਔਰ ਉਸ ਦਾ ਪਹਿਲਾ ਕਦਮ ਸਹਿਜ ਵਿੱਚ ਪਾਉ ਰੱਖਣ ਦਾ ਹੈ। ਬੀਜ ਤਾਂ ਗੁਰੂ ਨਾਨਕ ਸਾਹਿਬ ਨੇ ਬੋਇਆ ਹੈ। ਰੰਗ ਚਾਂਦਨੀ ਚੌਕ ਦੇ ਚੌਰਾਹੇ 'ਤੇ ਨਜ਼ਰ ਆ ਰਿਹਾ ਹੈ। ਆਵਾਜ਼ ਤਾਂ ਗੁਰੂ ਨਾਨਕ ਸਾਹਿਬ ਨੇ ਮਾਰੀ ਹੈ। ਉਹਦੀ ਕਮਾਈ ਦਾ ਰੰਗ ਪ੍ਰਗਟ ਰੂਪ ਵਿੱਚ ਚਾਂਦਨੀ ਚੌਕ 'ਤੇ ਨਜ਼ਰ ਆ ਰਿਹਾ ਹੈ। ਸਰੀਰ ਛੱਡਦੇ ਹੋਏ ਵੀ ਜਰਾ ਵੀ ਗਮ ਨਹੀਂ ਹੈ। ਸਹਿਜ ਪਾਏ ਮਿਲੀਏ ਸੁਖ ਹੋਵੇ। ਸੁਖ ਨੂੰ ਜਾਣਨਾ ਹੈ ਅਸੀਂ, ਇਹੀ ਰਸਤਾ ਹੈ। ਸੁਖ ਦੀ ਕੋਈ ਅਲੱਗ-ਅਲੱਗ ਕੁਆਲਿਟੀਜ਼ ਨਹੀਂ ਹਨ। ਕ੍ਰਿਸਚਨ ਸੁੱਖ, ਹਿੰਦੂ ਸੁੱਖ, ਮੁਹੰਮਦਨ ਸੁੱਖ, ਇਹ ਅਲੱਗ-ਅਲੱਗ ਨਹੀਂ ਹੁੰਦਾ ਹੈ। ਸੁੱਖ ਤਾਂ ਇੱਕੋ ਹੀ ਹੈ। ਆਨੰਦ ਅਗਰ ਉਸ ਨੂੰ ਕਵਾਂਗੇ, ਜਿਸ ਨੂੰ ਲੋਕ ਸਪਿਰਿਟ ਔਰ ਸੋਲ ਕਹਿ ਦਿੰਦੇ ਹਨ, ਉਹ ਦੋ ਨਹੀਂ ਹਨ ਔਰ ਉਹਦੇ ਵਿੱਚ ਸਹਿਜ ਅਵਸਥਾ ਲਾਜ਼ਮੀ ਹੈ। ਚਾਹੇ ਉਹ ਗੌਤਮ ਬੁੱਧ ਹੈ, ਚਾਹੇ ਉਹ ਈਸਾਈ ਮਤ ਦਾ ਕੋਈ ਪੀਰ ਹੈ, ਸਹਿਜ ਅਵਸਥਾ ਔਰ ਸੁੱਖ ਆਨੰਦ ਦੀ ਵਰਖਾ ਲਾਜ਼ਮੀ ਹੈ। ਜਿਵੇਂ ਇੱਕ ਦੇਸ਼ ਵਿੱਚ ਅਸੀਂ ਜਾਂਦੇ ਹਾਂ, ਉਸ ਦੇਸ਼ ਦੀ ਕੁਆਲਿਟੀਜ਼ ਇੱਕੋ ਜਿਹੀ ਹਨ ਸਾਰਿਆਂ ਵਾਸਤੇ। ਇਸੇ ਤਰ੍ਹਾਂ ਇਹ ਜਿਹੜਾ ਬ੍ਰਹਮ ਦਾ ਐਕਸਪੀਰੀਅੰਸ ਹੈ, ਉਹ ਅਲੱਗ-ਅਲੱਗ ਨਹੀਂ ਹੈ, ਇੱਕੋ ਹੀ ਹੈ। सहज पाए मिलिए सुख होवे। कितनी सिंपल जी पंक्ति है महाराज दी। मिल गए हाँ, टुटते नहीं हाँ, और सुख हो जाता है जदों सहज मिल जाता है, आराम नाल बिना कुछ करे। सहज अवस्था नूं असी अगर वैसे विचारीए तो सहज दे पदे विच कई अर्थ निकलते हैं। वो जो नाल पैदा होया वो सहज है। नाल पैदा किवें होया? जो सोर्स है साडे जीवन दा। सहज दी एक होर डेफिनेशन बनती है ज्ञान। ज्ञान गुर बिन सहज न उपजे पाई, कर्मी सहज न उपजे, विण सहजे सहसा न जाए। सहज दी एक होर डेफिनेशन है आनंद।
चौथे पद में सहज है गुरमुख पल्ले पाए। पवित्रता भी सहज का एक होर भाई कान सिंह नाभा के अनुसार। और एक डेफिनेशन उन्होंने पार ब्रह्म भी करी है, करतार। सहज सलाही सदा सदा। सम्मान और आदर भी एक होर डेफिनेशन है। ये चीज़ां ये अर्थ 9-10 अर्थ भाई कान सिंह नाभा ने दसे हैं। सतगुर ता पाया सहज सेती। हुण इस पार ब्रह्म की अवस्था की गल जदों गुरु साहब सानू कर रहे हैं तो बड़े सौखे तरीके नाल समझा रहे हैं। और भगत कबीर कहते हैं विषय विकारां नूं छड्ड दिओ, सहजता नाल ही जी रहा है। मैनू नहीं पता है महाराज यह गल, मैं तो सारा दिन उलझदा हाँ अपने मसलियां विच ही, इन्हां तो पार किवें जावांगा। साहिब ने सानू आदेश किया है शब्द सुरत। सुरत शब्द भवसागर तरिए नानक नाम बखाने। फिर 10वें द्वार की गल भी कल कर गए हैं। कुछ भी भेद नहीं छड्या है। 10वें द्वार कुंजी जब दीजे तब दयाल को दर्शन कीजे। असी फोटोआं विच दर्शन करन दा यतन करते हाँ, फोटोआं विच गुरु के दर्शन नहीं हैं। भावना विच भावें होण। महाराज कहते हैं सहज, बिना कुछ करे, बस टुरदे फिरते एक दिन मिलन हो जाएगा। सोच नूं छड्डना है, रिलैक्स करना है मन नूं, और मन शब्द के ध्यान विच उतर जाएगा। बेचैन नहीं होना है, स्ट्रैस्ड नहीं होना है, परेशान नहीं होना है। यह सारी चीज़ां विषय विकारां विच काम आ सकते हैं, पर अध्यात्म विच नहीं। दुनिया विच तां फिक्र बिना कमाई नहीं होंदी है, पर अध्यात्म विच फिक्र नूं छड्ड के एक नवा देश, एक नवे शहर वल जाना है। जिवें कीर्तन विच कोई बह जाए, भुल जाए कित्थे बैठा है, की करदा है, की हो रहा है। समा ना रहे, स्थान ना रहे, बस नाम दे विच अपने आप नूं बहा दे, उधर ही जाना है असी। जे अरदास रही महाराज कृपा करनगे। सतगुर के जन्मे गमन मिटाया, पूरे गुर ते नाम पाया जाए। ये दो गल्लां गुरु साहब ने इस बाणी विच सानू क्लीयरली दसियां हन। गुरु करदा की है, सानू यह जानना है कि जीवन किस मार्ग वल निकल सकता है, जीवन दी पॉसिबिलिटीज़ की हैं, जीवन का अध्यात्म की है महाराज, जीवन दे रंग की हैं हजूर, जीवन का तत्त की है, सत की है। साहिब कृपा करन। अगली पंक्ति विच गुरु साहब होर अगे वधदे हैं। गुरमुख जागे जागे नींद न सोवे। नींद दा जीवन नाल एक इंटेंस रिलेशनशिप है, और इत्थे नींद दे दो भाव मैं आप नाल साझे करांगा। एक तो नींद जिहड़ा मेरा जीवन गहन मूर्छा विच चल रहा है, मैं विषय विकारां विच रोज़मर्रा दे जीवन विच उसे नूं जीवन समझ के जी रहा हाँ। जीवन होर कुछ नहीं है, जो मैं टच कर रहा हाँ, जो मैं फील कर रहा हाँ, जो मैं देख रहा हाँ, बस वही जीवन है। एक निंद्रा है। हजूर ने समझाया है कि अगर मन जग गया, जिवें दसिया है शब्द नाल मन जग गया, गुप्ती बाणी प्रगट होए, तां भाई
ਜੀਵਨ ਬਦਲ ਜਾਏਗਾ। ਤਾਂ ਫਿਰ ਨਿੰਦਰਾ ਟੁੱਟ ਜਾਏਗੀ। ਮੈਂ ਜਾਣ ਲਵਾਂਗਾ ਕਿ ਇਹ ਮੇਰੇ ਸਾਰੇ ਸੰਗੀ ਸਾਥੀ ਇਹ ਤਾਂ ਕੁਝ ਸਮੇਂ ਦੇ ਅੰਦਰ ਹਨ। ਇਹ ਮੇਰਾ ਸਰੀਰ ਮੈਂ ਨਹੀਂ ਹਾਂ। ਇਹ ਵਿਸ਼ੇ ਵਿਕਾਰ ਮੇਰੇ ਕਰਮ ਹੋ ਸਕਦੇ ਹਨ, ਪਰ ਇਹ ਮੇਰੇ ਵਿਘਨ ਨਹੀਂ ਬਣ ਸਕਦੇ। ਇਹੀ ਅਵੇਕਨਿੰਗ ਹੈ ਜੀਵਨ ਦੀ। ਇਸ ਨੂੰ ਗੁਰੂ ਦਾ ਮਿਲਣ ਕਹਿ ਸਕਦੇ ਹਾਂ ਅਸੀਂ। ਜਦੋਂ ਮਨ ਬਦਲ ਗਿਆ, ਜੀਵਨ ਬਦਲ ਗਿਆ, ਪ੍ਰਗਟ ਔਰ ਗੁਪਤ ਜੀਵਨ ਸਾਰਾ ਇੱਕ ਹੋ ਗਿਆ। ਜੋ ਨਹੀਂ ਦਿਖਦਾ ਉਹ ਵੀ ਦ੍ਰਿਸ਼ ਵਿੱਚ ਆ ਗਿਆ। ਫਾਰਮਲੈਸ ਵੀ ਹੁਣ ਜੀਵਨ ਦਾ ਹਿੱਸਾ ਬਣ ਗਿਆ। ਹੁਣ ਸਰੀਰ ਵਿੱਚ ਕਮਾਈ ਕਰਨੀ ਹੈ ਨਾਮ ਦੀ, ਔਰ ਆਪਣੇ ਕਰਮਾਂ ਨੂੰ ਨਾਲ ਮੁਕਾਣਾ ਹੈ। ਕਿਸ ਵੀ ਰੂਪ ਵਿੱਚ ਆਉਣ ਸਾਹਮਣੇ। ਗੁਰਮੁਖ ਜਾਗੇ ਨੀਂਦ ਨਾ ਸੋਵੇ। ਗੁਰਮੁਖ ਉਹ ਹੈ ਜਿਹੜਾ ਜਗ ਗਿਆ ਜੀਵਨ ਦੇ ਤੱਤ ਨੂੰ। ਦਰਅਸਲ ਸਾਈਕੋਲੋਜੀ ਵੀ ਕਹਿ ਰਹੀ ਹੈ ਅੱਜ ਕਿ ਨੀਂਦ ਦੀ ਲੋੜ ਇਨਸਾਨ ਨੂੰ ਹੈ। ਇਹ ਦੂਸਰਾ ਪੱਖ ਆਪ ਨਾਲ ਸਾਂਝਾ ਕਰ ਰਿਹਾ। ਨੀਂਦ ਇੱਕ ਸਕਰਬਰ ਦੀ ਤਰ੍ਹਾਂ ਹੈ ਜੀਵਨ ਦੇ ਵਿੱਚ। ਜਿਹੜੇ ਇਨਕੰਪਲੀਟ ਥਾਟਸ ਨੇ, ਜਿਹੜੇ ਵਿਸ਼ੇ ਵਿਕਾਰ ਜਿਹੜੇ ਮੈਂ ਜੀਵਨ ਵਿੱਚ ਜੀਂਦਾ ਹਾਂ, ਉਹ ਨੀਂਦ ਵਿੱਚ ਪੂਰੇ ਕਰਦਾ ਹਾਂ। ਦੋ ਤਰ੍ਹਾਂ ਦੀ ਨੀਂਦ ਪ੍ਰਾਇਮਰੀਲੀ ਦੱਸੀਆਂ ਹਨ। ਇੱਕ ਰੈਮ ਸਲੀਪ, ਜਦੋਂ ਮੈਂ ਡਰੀਮਿੰਗ ਸਟੇਟ ਵਿੱਚ ਸਭ ਕੁਝ ਪੂਰਾ ਕਰ ਰਿਹਾ ਹਾਂ, ਮਨ ਦੌੜਦਾ ਹੈ। ਇੱਕ ਦੂਸਰੀ ਦੁਨੀਆ ਵਿੱਚ ਜਾ ਕੇ ਮੈਂ ਇਸ ਦੁਨੀਆ ਦੇ ਜਿਹੜੇ ਅਧੂਰੇ ਇਸ਼ੂਜ਼ ਹਨ ਉਹਨਾਂ ਨੂੰ ਕੰਪਲੀਟ ਕਰਦਾ ਹਾਂ। ਉੱਥੋਂ ਮੈਨੂੰ ਆਰਾਮ ਮਿਲਦਾ ਹੈ, ਕਿਉਂਕਿ ਇਨਕੰਪਲੀਟਨੈਸ ਮਨ ਦਾ ਇੱਕ ਰੋਗ ਹੈ, ਅਧੂਰਾਪਨ। ਮੇਰੇ ਮਨ ਵਿੱਚ ਕੁਝ ਕਾਮਨਾ ਉੱਠੀ, ਪੂਰੀ ਨਹੀਂ ਹੋਈ, ਉਹ ਹੁਣ ਅਧੂਰਾਪਨ ਮੇਰੇ ਮਨ ਵਿੱਚ ਛੱਡ ਗਈ, ਔਰ ਉਹ ਮੈਨੂੰ ਤੰਗ ਕਰਦੀ ਰਹੇਗੀ ਆ ਜਨਮ, ਕਈ ਜਨਮ। ਇਸ ਕਰਕੇ ਥਾਟ ਵੀ ਬੀਜ ਹਨ, ਔਰ ਪੋਜ਼ਿਟਿਵ ਥਾਟ ਵੀ ਬੀਜ ਹੈ। ਨਿਰੰਕਾਰ ਗੁਰੂ ਦੀ ਥਾਟ ਵੀ ਬੀਜ ਹੈ। ਇਹ ਜਿਹੜੇ ਅਸੀਂ ਸ਼ਬਦ ਵਿਚਾਰਦੇ ਹਾਂ, ਇਹ ਵੀ ਬੀਜ ਹਨ। ਇਹ ਜੀਵਨ ਨੂੰ ਬਦਲਣ ਦੀ ਸ਼ਮਤਾ ਰੱਖਦੇ ਹਨ। ਇਹ ਮੇਰਾ ਮੰਨਣਾ ਹੈ, ਔਰ ਬੜੀ ਦੇਰ ਨਹੀਂ ਲੱਗਦੀ ਫਿਰ ਜੀਵਨ ਨੂੰ ਬਦਲਦੇ। ਇਹ ਮੇਰਾ ਮੰਨਣਾ ਹੈ। ਗੁਰਮੁਖ ਜਾਗੇ ਨੀਂਦ ਨਾ ਸੋਵੇ। ਨੀਂਦ ਵਿੱਚ ਨਹੀਂ ਸੌਂਦਾ ਹੈ। ਜਦੋਂ ਮੇਰੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਇਨਕੰਪਲੀਟ ਥਾਟਸ ਹਨ, ਉਹਨਾਂ ਨੂੰ ਕੰਪਲੀਟ ਮੈਂ ਅਧੂਰੇਪਨ ਵਿੱਚ, ਨੀਂਦ ਵਿੱਚ ਕਰਦਾ ਹਾਂ। ਔਰ ਜਿਤਨੀ ਜ਼ਿਆਦਾ ਇਨਕੰਪਲੀਟ ਥਾਟਸ ਹੋਣਗੀਆਂ, ਉਤਨੀ ਮੈਨੂੰ ਨੀਂਦ ਦੀ ਲੋੜ ਜ਼ਿਆਦਾ ਹੈ। ਨੀਂਦ ਦਾ ਇੱਕ ਹੋਰ ਕੰਮ ਵੀ ਹੈ, ਜਾਗਰਤ, ਸੁਪਨ, ਸੁਖੋਪਤ। ਸੁਖੋਪਤ ਨਿੰਦਰਾ ਉਹ ਹੈ ਜਦੋਂ ਮੈਂ ਥਾਟਲੈਸ ਨੀਂਦ ਵਿੱਚ ਚਲਾ ਜਾਂਦਾ ਹਾਂ, ਜਦੋਂ ਮੇਰੇ ਜੀਵਨ ਵਿੱਚ, ਮੇਰੀ ਡਰੀਮ ਵਿੱਚ ਕੁਝ ਨਹੀਂ ਹੋ ਰਿਹਾ, ਕੋਈ ਡਰੀਮ ਨਹੀਂ ਹੈ। ਹੁਣ ਮੈਂ ਡੀਪਰ ਸਟੇਟ ਆਫ ਕੌਨਸ਼ੀਅਸਨੈਸ ਵਿੱਚ ਉਤਰ ਜਾਂਦਾ ਹਾਂ। ਉੱਥੇ ਮੈਂ ਸੋਰਸ ਵਿੱਚ ਇਨ ਟੱਚ ਰਹਿ ਜਾਂਦਾ ਹਾਂ। ਮੇਰੇ ਜੋ ਜੀਵਨ ਦਾ ਸੋਰਸ ਹੈ, ਨਿਰੰਕਾਰ ਹੈ, ਉਸ ਤੋਂ ਸ਼ਕਤੀ ਗ੍ਰਹਿਣ ਕਰਕੇ ਐਨਰਜਾਈਜ਼ ਹੁੰਦਾ ਹਾਂ। ਇਸ ਕਰਕੇ ਮੈਂ ਜਦੋਂ ਸੌਂਦਾ ਹਾਂ ਔਰ ਉੱਠਦਾ ਹਾਂ, ਉਹਦੀ ਐਨਰਜੀ ਲੈਵਲ ਦੇ ਵਿੱਚ ਫਰਕ ਆਉਂਦਾ ਹੈ। ਔਰ ਅਗਰ ਮੈਨੂੰ ਡਰੀਮ ਸਟੇਟ ਵਿੱਚ ਨਹੀਂ ਜਾਣ ਦਿੱਤਾ ਜਾਂਦਾ, ਜਾਂ ਸੋਨਾ ਮੇਰੇ ਤੇ ਵਰਜਿਤ ਹੋ ਜਾਂਦਾ ਹੈ, ਤਾਂ ਪਾਗਲਪਨ ਦੂਰ ਨਹੀਂ ਹੈ। ਫਿਰ ਇੱਕ ਤਰ੍ਹਾਂ ਦਾ ਟੌਰਚਰ ਟੈਕਨੀਕ ਵਰਤੀ ਜਾਂਦੀ ਹੈ ਰਸ਼ੀਆ ਵਿੱਚ, ਚਾਈਨਾ ਵਿੱਚ, ਜਦੋਂ ਇਨਸਾਨ ਨੂੰ ਸੌਣ ਨਹੀਂ ਦਿੰਦੇ ਹਨ। ਉਹ ਟੌਰਚਰ ਵਿੱਚ ਫਿਰ ਪਾਗਲ ਹੋ ਜਾਂਦਾ ਹੈ। ਮਨ ਆਪਣੀ ਇਨਕੰਪਲੀਟਨੈਸ ਦੇ ਕਾਰਨ ਬਹੁਤ ਪਰੇਸ਼ਾਨ ਹੈ। ਇਸ ਅਧੂਰੇਪਨ ਦੇ ਕਾਰਨ ਬਹੁਤ ਬੰਨਿਆ ਹੋਇਆ ਹੈ, ਰੋਗਗ੍ਰਸਤ ਹੈ। ਗੁਰਮੁਖ ਨੂੰ ਨੀਂਦ ਦੀ ਇਤਨੀ ਲੋੜ ਨਹੀਂ ਪੈਂਦੀ। ਫਿਰ ਮੈਂ ਜਿਨ੍ਹਾਂ ਕੋਲ ਰਿਹਾ, ਸ਼ਾਇਦ ਉਹ ਘੰਟਾ, ਅੱਧਾ ਘੰਟਾ ਸੌਂਦੇ ਹੋਣਗੇ 24 ਘੰਟੇ 'ਚ, ਨਹੀਂ ਤਾਂ ਰਾਤ ਅਭਿਆਸ ਵਿੱਚ ਹੀ ਨਿਕਲਦੀ ਸੀ। ਮਨ ਦੀ ਅਵਸਥਾ ਹੈ।
ਅਸੀਂ ਇਸ ਚੀਜ਼ ਨੂੰ ਇੱਥੋਂ ਕਿਉਂ ਲਈਏ ਕਿ ਨਾਮ ਦੇ ਅਭਿਆਸ ਨਾਲ ਵਿਸ਼ੇ ਵਿਕਾਰ ਘਟਦੇ ਜਾਣਗੇ, ਮਨ ਹਲਕਾ ਹੁੰਦਾ ਰਹੇਗਾ, ਇੱਕ ਤਿਆਰੀ ਹੋ ਜਾਏਗੀ ਉਸ ਦੇਸ਼ ਵਿੱਚ ਜਾਣ ਦੀ ਜਿੱਥੇ ਮੈਂ ਨਹੀਂ ਹਾਂ। ਆਈਡੈਂਟਿਟੀ ਤੋਂ ਬਿਨਾਂ ਜੀਣ ਦੇ ਤਰੀਕੇ ਆ ਜਾਣਗੇ। ਜਦ ਮੈਂ ਹੀ ਨਹੀਂ ਰਿਹਾ ਤਾਂ ਨਾ ਕਰਮ ਰਹਿਣਗੇ, ਨਾ ਕੋਈ ਵਿਸ਼ੇ ਵਿਕਾਰ ਰਹਿਣਗੇ, ਨਾ ਕੋਈ ਮਸਲੇ ਰਹਿਣਗੇ। ਸਹਿਜ ਪਾਏ ਮਿਲੀਏ ਸੁਖ ਹੋਵੇ, ਤਾਂ ਜਿੱਥੋਂ ਆਇਆ ਸੀ ਉਹਦੇ ਰੂਪ ਵਿੱਚ ਉਤਰ ਜਾਏਗਾ, ਨਿਰੰਕਾਰ ਦਾ ਗਿਆਨ ਹੋ ਜਾਏਗਾ। ਗੁਰਮੁਖ ਜਾਗੇ ਨੀਂਦ ਨਾ ਸੋਵੇ। ਜੀਵਨ ਦੀ ਜਦੋਂ ਅਧਿਆਤਮ ਨਾਲ ਟਕਰਾਵ ਹੁੰਦਾ ਹੈ ਤਾਂ ਸ਼ਬਦ ਉਹ ਕੁੰਜੀ ਹੈ ਜਿਹੜਾ ਜੀਵਨ ਦਾ ਤਾਲਾ ਖੋਲ ਦਿੰਦੀ ਹੈ, ਔਰ ਫਿਰ ਇਹ ਤਾਲਾ ਬੰਦ ਨਹੀਂ ਹੁੰਦਾ ਕਦੇ। ਆਜ਼ਾਦੀ ਵੱਲ ਟੁਰ ਪੈਂਦਾ ਹੈ ਇਨਸਾਨ। ਸ਼ਬਦ ਨਾਲ ਸਾਂਝ, ਸਹਿਜ ਸ਼ਬਦ, ਇਹ ਕਿੰਨੇ ਗਹਿਨ ਸ਼ਬਦ ਹਨ। ਸਹਿਜ ਔਰ ਸ਼ਬਦ ਇਹ ਦੋਨੋਂ ਇਸ ਪਦੇ ਵਿੱਚ ਵਰਤੇ ਗਏ ਹਨ, ਔਰ ਨਾਲ ਇੱਕ ਬਹੁਤ ਨਿਰਾਲਾ ਸ਼ਬਦ ਵੀ ਵਰਤਿਆ ਹੈ, ਮੁਕਤ। ਸੁਨ ਸ਼ਬਦ ਵੀ ਵਰਤਿਆ ਹੈ। ਇਹ ਇੱਕ ਇੱਕ ਸ਼ਬਦ ਅਧਿਆਤਮ ਦੀ ਉਹਨਾਂ ਸਿਖਰਾਂ ਦੀ ਗੱਲ ਕਰਦਾ ਹੈ ਜਿਹੜਾ ਮਨ ਦੇ ਬੜੇ ਗਹਿਨ ਵਿੱਚ ਉਤਰੇ ਹੋਏ ਇਨਸਾਨ ਨੂੰ ਮਹਿਸੂਸ ਹੁੰਦੇ ਹਨ। ਸੁਨ, ਜਿੱਥੇ ਕੋਈ ਥਾਟ ਨਹੀਂ ਹੈ, ਸਮਾਧੀ ਦੇ ਨਾਲ ਨਾਲ ਜਿੱਥੇ ਸਭ ਸਮਾਧਾਨ ਹੋ ਗਿਆ। ਇਹ ਸਾਡੇ ਮਨ ਦੀ ਅਵਸਥਾ ਹੈ ਜਿਹੜੀ ਅਸੀਂ ਜਾਣਦੇ ਨਹੀਂ ਹਾਂ। ਜਿੰਦਾ ਜੀ ਦਲਜੀਤ ਅਨੇਕ ਮਸਲਾਂ ਵਿੱਚ ਉਲਝਦਾ ਹੈ, ਪਰ ਅੰਤਰਮਨ ਦੇ ਜਿਹੜੇ ਮਸਲੇ ਹਨ ਉਹਨਾਂ ਤੋਂ ਪਾਰ ਇੱਕ ਅੰਤਰਮਨ ਦੀ ਅਵਸਥਾ ਹੈ ਜਿੱਥੇ ਸਾਰੇ ਮਸਲਿਆਂ ਦਾ ਸਮਾਧਾਨ ਹੈ। ਇੱਕ ਦਿਨ ਉਸ ਨੂੰ ਵੀ ਉਡੀਕਦਾ ਹੈ ਮਨ, ਉਸ ਅਵਸਥਾ ਵਿੱਚ ਵੀ ਮੈਂ ਜਾ ਸਕਾਂ। ਸੋਚ ਕੇ ਮੈਨੂੰ ਕੋਈ ਰਸਤਾ ਨਹੀਂ ਮਿਲ ਰਿਹਾ ਹੈ, ਸੋਚ ਛੱਡ ਕੇ ਸਹਿਜ ਸੁਭਾਏ ਮਿਲੀਏ ਸੁਖ ਹੋਵੇ। ਸਾਹਿਬ ਕਿਰਪਾ ਕਰਨ। ਸੁਨ ਸ਼ਬਦ ਅਪਰੰਪਰ ਤਾਰੇ। ਅਪਰੰਪਰ ਜਿਹਦਾ ਕੋਈ ਪਾਰ ਨਹੀਂ ਹੈ, ਅਸੀਮ ਹੈ। ਸੁਨ ਸ਼ਬਦ, ਮਨ ਵਿੱਚ ਨਿਰੰਕਾਰ ਵਾਲੀ ਅਵਸਥਾ ਆ ਗਈ ਹੈ, ਜਿੱਥੇ ਕੁਛ ਨਹੀਂ ਹੈ, ਥਾਟਲੈਸ ਹੈ, ਅਫੁਰ ਅਵਸਥਾ ਹੈ ਮਨ ਦੀ, ਅਸੀਮ ਅਵਸਥਾ ਹੈ ਮਨ ਦੀ, ਬਾਰਡਰਲੈਸ ਜੀਵਨ ਹੈ ਜਿਸ ਵਿੱਚ ਮਾਇਆ ਦੀ ਦ੍ਰਿਸ਼ਟੀ ਨਹੀਂ ਹੈ। ਜਦੋਂ ਅਸੀਂ ਸੁੰਨ ਅਵਸਥਾ ਦੀ ਗੱਲ ਕਰਦੇ ਹਾਂ ਤਾਂ ਅਸੀਂ ਉਸ ਅਵਸਥਾ ਦੀ ਗੱਲ ਕਰਦੇ ਹਾਂ ਜਿਹਦੇ 'ਚ ਆਦਿ ਸੱਚ ਦੀ ਗੱਲ ਹੈ, ਜੁਗਾਂ ਤੋਂ ਪਹਿਲੇ ਦਾ ਉਹ ਸਮੇਂ, ਮਾਇਆ ਤੋਂ ਪਰੇ ਦਾ ਸਮੇਂ। ਸ਼ੁਭ ਸ਼ੋਰ ਔਰ ਸ਼ਬਦ, ਇਹ ਦੋ ਅਵਸਥਾ ਹਨ ਮਨ ਦੀਆਂ। ਮਨ ਵਿੱਚ ਮੈਂ ਸਦਾ ਸ਼ੋਰ ਵਿੱਚ ਰਹਿੰਦਾ ਹਾਂ, ਔਰ ਸ਼ਬਦ ਵਿੱਚ ਸੁਣ ਦੀ ਪੋਸੀਬਿਲਿਟੀਜ਼ ਆ ਜਾਂਦੀਆਂ ਹਨ। ਇਕਾਗਰ ਮਨ, ਜਿੱਥੇ ਕੇਵਲ ਸ਼ਬਦ ਹੈ। ਸ਼ਬਦ ਦੀ ਇੱਕ ਡੈਫੀਨੇਸ਼ਨ ਨਿਰੰਕਾਰ ਵੀ ਹੈ। ਸੁਨ ਸਮਾਦ ਦੋਹੇ ਤੈ ਨਹੀਂ। ਮਨ ਵਿੱਚ ਇੱਕ ਇਹੋ ਜਿਹਾ ਦ੍ਰਿਸ਼ਟੀ, ਇੱਕ ਇਹੋ ਜਿਹਾ ਦਰਸ਼ਨ ਖੁੱਲ ਰਿਹਾ ਹੈ ਜਿੱਥੇ ਮੈਂ ਨਹੀਂ ਹਾਂ, ਕੋਈ ਸੋਚ ਨਹੀਂ ਹੈ, ਇਕਾਗਰਤਾ ਹੈ, ਇੰਟੈਂਸਿਟੀ ਹੈ, ਔਰ ਸੁਨ ਮਨ ਹੋ ਗਿਆ ਹੈ। ਨਿਰੰਕਾਰ ਦੇ ਦਰਸ਼ਨ ਹਨ। ਇਹ ਸਭ ਪੋਸੀਬਿਲਿਟੀਜ਼ ਇਸ ਬਾਣੀ ਵਿੱਚ ਸਾਹਿਬ ਬਾਰ-ਬਾਰ ਸਾਨੂੰ ਸਮਝਾ ਰਹੇ ਹਨ। ਸਹਿਜ ਨਾਲ ਕਹਿੰਦੇ ਹਨ ਆ ਜਾਏਗੀ, ਬਿਨਾਂ ਕੁਝ ਕੀਤੇ।
ਜਿਸ ਨੂੰ ਦੁਨੀਆ ਕਹਿੰਦੀ ਹੈ ਕਿ ਬਹੁਤ ਕੁਝ ਕਰਕੇ ਮਿਲੇਗਾ। ਨਿਜ ਕਰ ਬੈਸ ਸਹਿਜ ਕਰ ਮਿਲੀ ਹੈ, ਨਿਜ ਕਰ ਬੈਸ ਸਹਿਜ ਕਰ ਲਹੀ ਹੈ। ਆਪਣੇ ਅੰਤਰ ਵਿੱਚ ਜਾਣਾ ਹੈ। ਇਹ ਕਿਸ ਤਰ੍ਹਾਂ ਹੋਏਗਾ ਮਹਾਰਾਜ? ਹਜੂਰ ਸਮਝਾਉਂਦੇ ਹਨ, ਜੋ ਇਸ ਮਾਰੇ ਸੋ ਸਹਿਜ ਧਿਆਨੀ। ਕਿਸ ਨੂੰ ਮਾਰੇ? ਗੁਰ ਦੁਬਿਧਾ ਜਾ ਕੀ ਹੈ ਮਾਰੀ। ਦੁਬਿਧਾ, ਡੁਐਲਿਟੀ। ਇੱਕ ਮਨ ਜਦੋਂ ਮੈਂ ਹੋ ਜਾਂਦਾ ਹਾਂ, ਦੁਐਤ ਤੋਂ ਪਰੇ ਚਲਾ ਜਾਂਦਾ ਹਾਂ, ਤਾਂ ਫਿਰ ਸਹਿਜ ਧਿਆਨੀ, ਧਿਆਨ ਸਹਿਜ ਵਿੱਚ ਲੱਗ ਜਾਂਦਾ ਹੈ। ਇੱਕ ਸਟੇਬਿਲਿਟੀ ਵਿੱਚ ਜੀਵਨ ਉਤਰ ਜਾਂਦਾ ਹੈ, ਇੱਕ ਆਨੰਦ ਵਿੱਚ ਜੀਵਨ ਉਤਰ ਜਾਂਦਾ ਹੈ ਮਹਾਰਾਜ। सहज गुफा में ताड़ी लाई, आसन उच्च सवारिये जियो। क्या बात है, ताड़ी लाई सहज गुफा में, ध्यान लगा लिया सहज दी गुफा विच, आनंद विच उतर गए हाँ। महाराज कहते हैं कि सुन शब्द अपरंपर धारे। यह हुण फिर अवस्था मन ਦੇ ਨਾਲ ਨਾਲ ਚੱਲਦੀ ਹੈ। ਹੁਣ ਵਿਸ਼ੇ ਵਿਕਾਰਾਂ ਵਿੱਚ ਵੀ ਮੈਂ ਜੀਂਦਾ ਹਾਂ, ਪਰ ਇਸ ਅਵਸਥਾ ਨੂੰ ਨਾਲ ਲੈ ਕੇ ਚੱਲਦਾ ਹਾਂ। ਜਦੋਂ ਜੀ ਕਰਦਾ ਹੈ ਜਾਂ ਸਮਾਂ ਆਉਣ 'ਤੇ ਇਸ ਅਵਸਥਾ ਵਿੱਚ ਵੀ ਉਤਰ ਜਾਂਦਾ ਹਾਂ। ਮੈਨੂੰ ਹੁਣ ਗਿਆਨ ਹੋ ਗਿਆ ਹੈ ਕਿ ਜੀਵਨ ਵਿੱਚ ਸਿਰਫ ਵਿਸ਼ੇ ਵਿਕਾਰ ਹੀ ਨਹੀਂ ਹਨ, ਉਸ ਤੋਂ ਪਰੇ ਵੀ ਕੁਛ ਹੈ। ਤਾਂ ਨਿੰਦਰਾ ਖੁੱਲ੍ਹ ਗਈ ਹੈ ਜੀਵਨ ਦੀ। ਇਹ ਬੜੀ ਉੱਚੀ ਅਵਸਥਾ ਦੀ ਗੱਲ ਮਹਾਰਾਜ ਸਾਡੇ ਨਾਲ ਸਾਂਝੀ ਕਰ ਰਹੇ ਹਨ। ਸ਼ਾਇਦ ਉਹਨਾਂ ਨੂੰ ਸਾਡੇ ਤੋਂ ਉਮੀਦ ਵੀ ਹੈ। ਸੰਤ ਕੋਈ ਬਹੁਤਾ ਦੂਰ ਨਹੀਂ ਹੁੰਦਾ ਇਨਸਾਨ ਦੀ ਅਵਸਥਾ ਤੋਂ। ਇੱਕ ਵਾਰ ਬਜ਼ੁਰਗਾਂ ਨਾਲ ਵਿਚਾਰਦੇ ਹੋਏ ਸੰਤ ਦੀ ਗੱਲ ਚੱਲਦੀ ਸੀ, ਤਾਂ ਇਹ ਪ੍ਰਸ਼ਨ ਉੱਠਿਆ, ਸੰਤ ਕੌਣ ਹੈ? ਮੈਨੂੰ ਕਹਿੰਦੇ, ਜਿਹਨੇ ਅੰਤ ਨੂੰ ਸੰਭਾਲ ਲਿਆ ਉਹ ਸੰਤ ਹੈ, ਜਿਸਨੇ ਮੌਤ ਨੂੰ ਫਤਿਹ ਕਰ ਲਿਆ। ਕਹਿੰਦੇ ਸੀ ਕਿ ਜਦੋਂ ਸਮਾਂ ਆਏ, ਮੰਗੀ ਕਾਲ ਰਹਿਤ ਜੀਵਨ ਮੰਗ ਲਈ। ਇਹ ਗਿਆਨ ਬੜੇ ਜ਼ਰੂਰੀ ਹਨ ਜੀਵਨ ਵਿੱਚ। ਸਾਨੂੰ ਮੰਗਣਾ ਵੀ ਨਹੀਂ ਆਉਂਦਾ, ਔਰ ਕੀ ਮੰਗਣਾ ਹੈ ਇਹ ਵੀ ਗਿਆਨ ਨਹੀਂ ਹੈ। ਅਸੀਂ ਉਹ ਮੰਗ ਲੈਂਦੇ ਹਾਂ ਜਿਹੜੀ ਚੀਜ਼ ਕੁਝ ਸਮੇਂ ਵਿੱਚ ਟੁੱਟ ਜਾਏਗੀ ਜਾਂ ਹੱਥੋਂ ਖੋ ਜਾਏਗੀ। ਮੰਗ ਤਾਂ ਰਹੇ ਹਾਂ ਅਸੀਂ, ਉਸ ਅਵਸਥਾ ਨੂੰ ਮੰਗੀਏ ਜਿਹੜੀ ਸਦਾ ਲਈ ਹੋਏ। ਇੱਕੋ ਵਾਰ ਮੰਗਣਾ ਹੋਏਗਾ। ਫਿਰ ਸੁਨ ਸ਼ਬਦ ਅਪਰੰਪਰ ਧਾਰੇ। ਇਹ ਅਵਸਥਾ ਹੁਣ ਮਨ ਦੇ ਵਿੱਚ ਸਦਾ ਲਈ ਹੈ, ਸਦਾ ਲਈ ਹਾਜ਼ਰ ਹੈ ਮਹਾਰਾਜ। ਕਹਤੇ ਮੁਕਤ ਸ਼ਬਦ ਨਿਸਤਾਰੇ। ਹੁਣ ਤਾਂ ਮੁਕਤ ਹੋ ਗਏ ਹਜੂਰ, ਆਜ਼ਾਦ ਹੋ ਗਏ ਸਰੀਰ ਤੋਂ ਵੀ। ਹੁਣ ਕੋਈ ਬੰਧ ਨਹੀਂ ਸਕਦਾ ਹੈ। ਹੁਣ ਕੋਈ ਬੰਧਨ, ਕੋਈ ਰਿਸ਼ਤਾ ਸਮੇਂ ਦੇ ਅੰਦਰ ਉਹ ਡਿਫਾਈਨ ਨਹੀਂ ਕਰਦਾ ਹੈ ਸਾਨੂੰ। ਹੁਣ ਸਾਡੀ ਡੈਫੀਨੇਸ਼ਨ ਅਵਗਤੋ ਨਿਰਮਾਇਲ ਉਪਜੇ, ਅਨਡਿਫਾਈਨਡ ਤੋਂ ਆ ਰਹੀ ਹੈ, ਨਾਮ ਦੇ ਵਿੱਚ ਆ ਰਹੀ ਹੈ, ਨਾਮ ਦੇ ਰਸ ਤੋਂ ਆ ਰਹੀ ਹੈ। ਕਹਤੇ ਮੁਕਤ, ਆਜ਼ਾਦੀ ਹੈ, ਕਿਉਂਕਿ ਹੁਣ ਕਾਰਨ ਨਹੀਂ ਹੈ। ਜੀਵਨ ਦੇ ਕੋਈ ਕਾਰਨ ਨਹੀਂ ਮੈਨੂੰ ਬੰਧ ਰਹੇ ਹਨ ਮੇਰੇ ਸੁੱਖ ਨੂੰ। ਮੇਰੇ ਸੁੱਖ ਦੇ ਕਾਰਨ ਕੋਈ ਕਾਰਨ ਹੀ ਨਹੀਂ ਹਨ। ਤਿੰਨ ਚੀਜ਼ਾਂ ਮਨ ਦੀ ਇਸ ਅਵਸਥਾ ਨੂੰ ਡਿਫਾਈਨ ਕਰਦੇ ਹਨ। ਸਾਊਂਡ ਵਿਦਆਊਟ ਸੋਰਸ, ਜਿਸ ਨੂੰ ਅਨਾਹਤ ਕਿਹਾ ਹੈ। ਲਾਈਟ ਵਿਦਆਊਟ ਸੋਰਸ, ਜਿਸ ਨੂੰ ਜੋਤ ਕਿਹਾ ਹੈ ਸਾਹਿਬ ਨੇ। ਔਰ ਹੈਪੀਨੈਸ ਵਿਦਆਊਟ ਰੀਜ਼ਨ, ਜਿਸ ਨੂੰ ਆਨੰਦ ਕਿਹਾ ਹੈ ਮਹਾਰਾਜ ਨੇ। ਇਹ ਤਿੰਨੋਂ ਅਵਸਥਾ ਮਨ ਦੇ ਅੰਤਰ ਵਿੱਚ ਵਿਆਪਕ ਹਨ। ਬਸ ਡੁੱਬਣ ਦੀ ਲੋੜ ਹੈ, ਬਸ ਸਹਿਜ ਵਿੱਚ ਜਾਣ ਦੀ ਲੋੜ ਹੈ। ਇਸ ਤਰ੍ਹਾਂ ਸਾਹਿਬ ਬਾਣੀ ਵਿੱਚ ਸਮਝਾ ਰਹੇ ਹਨ, ਮੈਨੂੰ ਗਿਆਨ ਨਹੀਂ ਹੈ। ਕਹਤੇ ਮੁਕਤ ਸ਼ਬਦ ਨਿਸਤਾਰੇ। ਸ਼ਬਦ ਨੇ ਤਾਰ ਲਿਆ ਹੈ ਮਹਾਰਾਜ, ਔਰ ਹੋਰਾਂ ਨੂੰ ਵੀ ਤਾਰ ਲਿਆ ਨਾਲ।
ਜਦ ਮੈਂ ਜੀਵਨ ਦੇ ਕਾਰਨਾਂ ਤੋਂ ਟੁੱਟ ਗਿਆ ਹਾਂ ਤਾਂ ਅਧਿਆਤਮਕ ਕਾਰਨ ਮੈਨੂੰ ਡਿਫਾਈਨ ਕਰਦੇ ਹਨ। ਫਿਰ ਉਹ ਸਭ ਅਕਾਰਨ ਹਨ, ਵਿਦਆਊਟ ਰੀਜ਼ਨ। ਜਿਹੜੀ ਚੀਜ਼ ਮੇਰੇ ਨਾਲ ਸਦਾ ਹੀ ਸੀ ਉਹਦਾ ਗਿਆਨ ਹੋ ਗਿਆ ਹੈ। ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਜਾਣ ਲਿਆ ਹੈ ਆਪਣੇ ਅੰਤਰ ਵਿੱਚ ਕੀ ਹੈ। ਕਹਤੇ ਮੁਕਤ ਸ਼ਬਦ ਨਿਸਤਾਰੇ, ਮੁਕਤ ਹੋ ਗਏ, ਆਜ਼ਾਦ ਹੋ ਗਏ ਹਨ। ਕੋਈ ਬੰਧਨ ਨਹੀਂ ਬਣ ਸਕਦਾ ਹੈ, ਸਰੀਰ ਵੀ ਨਹੀਂ ਬਣ ਸਕਦਾ ਹੈ, ਤਾਂ ਮੌਤ ਕੀ ਕਰੇਗੀ ਫਿਰ। ਅਗਰ ਮੈਂ ਸਰੀਰ ਤੋਂ ਮੁਕਤ ਹੋ ਗਿਆ ਤਾਂ ਮੌਤ ਮੇਰਾ ਕੀ ਵਿਗਾੜ ਲੇਗੀ। ਸਾਰੇ ਕਾਰਨ ਸਰੀਰ ਤੋਂ ਸ਼ੁਰੂ ਹੁੰਦੇ ਹਨ। ਜਦ ਮੈਂ ਆਪਣੇ ਆਪ ਨੂੰ ਸਰੀਰ 'ਤੇ ਸੀਮਤ ਰੱਖਦਾ ਹਾਂ, ਮੈਂ ਸਰੀਰ ਹੀ ਹਾਂ, ਉੱਥੋਂ ਦੁਬਦਾ ਸ਼ੁਰੂ ਹੁੰਦੀ ਹੈ ਜੀਵਨ ਦੀ। ਗੁਰੂ ਫਿਰ ਇੱਕ ਬੜੀ ਨਿਰਾਲੀ ਗੱਲ ਕਰਦੇ ਹਨ, ਗੁਰ ਕੀ ਦੀਖਿਆ ਸੇ ਸੱਚ ਰਾਤੇ। ਗੁਰੂ ਦੀ ਦੀਖਿਆ ਕੀ ਹੈ ਮਹਾਰਾਜ? ਸ਼ਬਦ ਦੇ ਮਿਲਣ ਨਾਲ ਗੁਰੂ ਮਿਲ ਜਾਂਦਾ ਹੈ ਹਜ਼ੂਰ। ਗੁਰ ਕੀ ਦੀਖਿਆ ਸੇ ਸੱਚ ਰਾਤੇ, ਸੱਚ ਵਿੱਚ ਰਤਿਆ ਗਿਆ ਹਾਂ ਮਹਾਰਾਜ। ਸੱਚ ਇੱਕ ਆਨੰਦ ਰੂਪ ਹੈ ਜੀਵਨ ਦੇ ਵਿੱਚ। ਜੀਵਨ ਜਿਤਨਾ ਵੀ ਕੌੜਾ ਹੋਏ, ਇਹਦਾ ਆਨੰਦ ਸਦਾ ਹੀ ਨਾਲ ਹੈ। ਇਸ ਤਰ੍ਹਾਂ ਵੀ ਮੈਥੋਲੋਜੀ ਵਿੱਚ ਜਾਣਿਆ ਗਿਆ ਹੈ ਕਿ ਕਿਸੇ ਅਵਤਾਰ ਨੇ ਆਪਣੇ ਕੰਠ ਵਿੱਚ ਜ਼ਹਿਰ ਖਾ ਲਿਆ ਹੈ। ਉਹਨਾਂ ਨੂੰ ਅੰਮ੍ਰਿਤ ਫਿਰ ਵੀ ਜੀਵਨ ਵਿੱਚ ਮਰਦਾ ਨਹੀਂ ਹੈ, ਅੰਮ੍ਰਿਤ ਹੈ। ਇਸ ਤਰ੍ਹਾਂ ਇੱਥੋਂ ਇਹੀ ਸਮਝ ਆਉਂਦਾ ਹੈ, ਇੱਥੋਂ ਇਹੀ ਦਿਖਦਾ ਹੈ ਕਿ ਜੀਵਨ ਬਿਖ ਵੀ ਹੋਏ, ਇਹਦਾ ਅੰਮ੍ਰਿਤ ਬਹੁਤਾ ਦੂਰ ਨਹੀਂ ਹੈ। ਸੰਗਤ ਵਿੱਚ ਆ ਕੇ ਗੁਰੂ ਨੂੰ ਮਿਲਿਆ ਜਾ ਸਕਦਾ ਹੈ। ਗੁਰ ਕੀ ਦੀਖਿਆ ਸੇ ਸੱਚ ਰਾਤੇ, ਸੱਚ ਵਿੱਚ ਰਚ ਗਿਆ ਹਾਂ ਮੈਂ ਗੁਰੂ ਦੀ ਦੀਖਿਆ ਨਾਲ, ਗੁਰੂ ਦੇ ਸ਼ਬਦ ਨੂੰ ਮਿਲਣ ਨਾਲ। ਗੁਰੂ ਨਾਨਕ ਸਾਹਿਬ ਇਹਨਾਂ ਪਦਿਆਂ ਵਿੱਚ ਬਹੁਤ ਕੁਝ ਸਮਝਾ ਰਹੇ ਹਨ ਸਾਨੂੰ ਜੀਵਨ ਬਾਰੇ। ਹਜ਼ੂਰ ਦਾ ਪ੍ਰੇਮ ਸਾਹਮਣੇ ਆ ਰਿਹਾ ਹੈ ਸਿੱਖਾਂ ਵਾਸਤੇ। ਗੁਰਮੁਖ ਨੂੰ ਵੀ ਲੱਭਦੇ ਹਨ ਗੁਰੂ। ਗੁਰਮੁਖ ਖੋਜਤ ਪਾਏ ਉਦਾਸੀ। ਸਾਡਾ ਫਰਜ਼ ਕੀ ਬਣਦਾ ਹੈ? ਫਰਜ਼ ਤਾਂ ਗਲਤ ਸ਼ਬਦ ਲੱਗਦਾ ਹੈ, ਪ੍ਰੇਮ ਬਣਦਾ ਹੈ। ਗੁਰੂ ਨਾਲ ਪ੍ਰੇਮ ਮਿਲੇ, ਨਾਲ ਹੀ ਟੁਰ ਪਈਏ, ਸੋਚ ਛੱਡ ਦਈਏ, ਸਹਿਜ ਨੂੰ ਅਪਣਾ ਲਈਏ। ਗੁਰੂ ਮਿਲ ਗਿਆ, ਇੱਕ ਨਵਾਂ ਜਨਮ ਮਿਲ ਗਿਆ। ਨਾਨਕ ਆਪ ਗਵਾਏ ਮਿਲਣ ਨਹੀਂ ਭਰਾਂਤੇ। ਪ੍ਰਮਣ ਦਾ ਰਿਲੇਸ਼ਨਸ਼ਿਪ ਦੁੱਖ ਸੁੱਖ ਨਾਲ ਹੈ। ਮੂਵਮੈਂਟ, ਕੌਨਸਟੈਂਟ ਮੂਵਮੈਂਟ, ਜਿਹੜੀ ਰਹਾਉ ਦੀ ਤੁਕ ਵਿੱਚ ਸਾਹਿਬ ਨੇ ਸਾਨੂੰ ਦੱਸੀ ਹੈ। ਕਿਆ ਭਵੀਏ ਸੱਚ ਸੂਚਾ ਹੋਏ। ਇਹ ਭ੍ਰਮਣ ਨਾਲ ਕੁਛ ਨਹੀਂ ਮਿਲਣਾ ਹੈ, ਥਿਰ ਹੋਣ ਨਾਲ ਮਿਲੇਗਾ ਸੱਚ। ਔਰ ਐਸੇ ਭ੍ਰਮਣ ਦੀ ਗੱਲ ਹੁਣ ਇਸ ਪੰਕਤੀ ਵਿੱਚ ਸਾਹਿਬ ਕਰ ਰਹੇ ਹਨ। ਨਾਨਕ ਆਪ ਗਵਾਏ, ਆਪਣੇ ਆਪ ਨੂੰ ਤਿਆਗ ਦਿੱਤਾ, ਹਉਮੈ ਨੂੰ ਤਿਆਗ ਦਿੱਤਾ। ਸੂਰਮਾ ਤਾਂ ਉਹੀ ਹੈ ਜਿਹੜਾ ਹਉਮੈ ਨੂੰ ਤਿਆਗ ਦੇ। ਆਪ ਗਵਾਏ ਮਿਲਣ ਨਹੀਂ ਭਰਾਤੇ। ਮਿਲ ਤਾਂ ਉਹੀ ਸਕਦਾ ਹੈ ਜਿਹੜਾ ਆਪ ਨੂੰ ਗਵਾ ਦਿੰਦਾ ਹੈ। ਆਪਣੇ ਆਪ ਨੂੰ ਰੱਖ ਕੇ ਦੀਵਾਰ ਨਾਲ ਚੱਲਦੀ ਹੈ, ਮਿਲਣ ਨਹੀਂ ਹੋ ਸਕਦਾ। ਕਿ ਸਚਿਆਰਾ ਹੋਈਏ ਮਹਾਰਾਜ, ਕਿ ਕੂੜੇ ਟੁੱਟੇ ਪਾਲ। ਤਾਂ ਪ੍ਰੇਮ ਦੀ ਗੱਲ ਗੁਰੂ ਕਰਦਾ ਹੈ। ਹੁਕਮ ਨੂੰ ਜਾਣ ਲੈ, ਹੁਕਮ ਦੇ ਵਿੱਚ ਲੀਨ ਹੋ ਜਾ। ਇਹ ਮੈਂ ਨੂੰ ਤਿਆਗ ਦੇ, ਜੀਵਨ ਬਦਲ ਜਾਏਗਾ। ਨਾਨਕ ਆਪ ਗਵਾਏ ਮਿਲਣ ਨਹੀਂ ਭਰਾਤੇ। ਫਿਰ ਭ੍ਰਮਣ ਨਹੀਂ ਰਹੇਗਾ ਜੀਵਨ ਦਾ। ਇੱਕ ਜੀਵਨ ਵਿੱਚ ਮੂਵਮੈਂਟ ਰਹੇਗੀ, ਪਰ ਥਿਰਤਾ ਨਾਲ ਨਾਲ ਚੱਲੇਗੀ। ਜਿਹੜਾ ਵਿਚਰਨ ਵਾਲਾ ਜੀਵਨ ਹੈ ਨਾਲ ਚੱਲੇਗਾ। ਉਸ ਟ੍ਰਾਂਜ਼ੀਐਂਟ ਜੀਵਨ ਤੋਂ ਮੈਂ ਡਿਫਾਈਨ ਨਹੀਂ ਹੁੰਦਾ ਹਾਂ। ਫਿਰ ਕਮਾਲ ਦਾ ਪਤਾ ਹੈ ਹਜ਼ੂਰ। ਅੱਜ ਆਪ
इतना विचार प्रवान करना। मैं अनेਕਾਂ ही ਭੁੱਲਾਂ ਕਰਦਾ ਹਾਂ, ਸੁਧਾਰ ਜ਼ਰੂਰ ਕਰਨਾ। ਕੁਝ ਆਪ ਕਹਿਣਾ ਚਾਹੋ, ਦੱਸਣਾ ਚਾਹੋ, ਜੀ ਆਇਆਂ ਨੂੰ। ਪ੍ਰੇਮ ਸਹਿਤ ਇੱਕ ਅਰਦਾਸ ਹੈ, ਕਿਸੇ ਦਿਨ ਗੁਰੂ ਨਾਲ ਮਿਲਣ ਹੋ ਜਾਏ। ਸਾਰਿਆਂ ਦੀ ਹੋਣੀ ਚਾਹੀਦੀ ਹੈ। ਕਿਸੇ ਦਿਨ ਗੁਰੂ ਨਾਨਕ ਸਾਹਿਬ ਵੀ ਸ਼ਬਦ ਰੂਪ ਵਿੱਚ ਚਾਹੇ ਉਤਰ ਜਾਣ ਮਨ ਵਿੱਚ, ਇਸ ਜੀਵਨ ਦਾ ਬਿਕ ਖਤਮ ਹੋ ਜਾਏਗਾ। ਹਜ਼ੂਰ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।